ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਸਾਰਿਆਂ ਦਾ। ਤੇ ਆਪਾਂ ਜੋ ਲੜੀ ਲੈ ਕੇ ਚੱਲੇ ਸੀ ਉਹਦੀ ਗੱਲ ਅੱਗੇ ਕਰਨ ਲੱਗੇ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਜੋ ਸਿੱਖੀ ਦਾ ਬੂਟਾ ਲਾਇਆ ਸੀ ਤੇ ਬਾਕੀ ਗੁਰੂ ਸਾਹਿਬਾਨਾਂ ਨੇ ਕਿਵੇਂ ਪਾਲਿਆ ਤੇ ਸਿੰਜਿਆ, ਉਹੀ ਬਿਰਤਾਂਤ ਨੂੰ ਅੱਗੇ ਲੈ ਕੇ ਚੱਲ ਰਹੇ ਸੀ ਆਪਾਂ, ਕਿ ਕਿਵੇਂ ਉਸ ਸੱਚ ਦੇ ਪ੍ਰਚਾਰ ਨੂੰ ਰੋਕਣ ਦੇ ਲਈ ਸਮੇਂ ਦੀਆਂ ਸਰਕਾਰਾਂ, ਦੁਸ਼ਮਣ, ਧਾਰਮਿਕ ਭੇਖੀ ਤੇ ਘਰ ਦੇ ਮਸੰਦ ਵਗੈਰਾ ਜਿਹੜੇ ਟੁੱਕੜ ਬੋਚ ਸੀ, ਉਹ ਕਿਵੇਂ ਵਿਰੋਧੀ ਬਣੇ ਨੇ ਤੇ ਕਿਵੇਂ ਇਸ ਮਿਸ਼ਨ ਨੂੰ ਫੇਲ ਕਰਨ ਦੇ ਵਿੱਚ ਉਹਨਾਂ ਨੇ ਪੂਰਾ ਵਾਹ ਲਾਇਆ। ਹਜ਼ੂਰ ਦਾ ਇੱਕੋ ਇੱਕ ਮਕਸਦ ਸੀ, ਲੋਕਾਂ ਨੂੰ ਮਾਨਸਿਕ, ਸਮਾਜਿਕ, ਧਾਰਮਿਕ, ਰਾਜਨੀਤਿਕ ਗੁਲਾਮੀ ਚੋਂ ਕੱਢਣਾ। ਪਰ ਇਹ ਲੋਕ ਵਿਰੋਧੀ ਬਣਦੇ ਰਹੇ, ਦੁਸ਼ਮਣ ਬਣ ਕੇ ਗੈਰਾਂ ਦੀ ਕਠਪੁਤਲੀ ਬਣਦੇ ਰਹੇ ਤੇ ਆਨੰਦਪੁਰ ਨੂੰ ਘੇਰਾ ਪੈ ਗਿਆ। ਜਦੋਂ ਜਦੋਂ ਪਤਾ ਲੱਗਿਆ ਕਿ ਘੇਰਾ ਪੈਣ ਦੀਆਂ ਕਨਸੋਆਂ ਕਿਉਂਕਿ ਦੂਰ ਦੂਰ ਫੈਲ ਗਈਆਂ, ਜਿਹੜੇ ਜਿਹੜੇ ਪਿੰਡਾਂ ਨੂੰ ਗਏ ਹੋਏ ਸੀ ਫਸਲਾਂ ਸਾਂਭਣ ਲਈ, ਜਿਹਨੂੰ ਪਤਾ ਲੱਗਦਾ ਰਿਹਾ ਛੇਤੀ ਤੋਂ ਛੇਤੀ ਪਹੁੰਚਦਾ ਰਿਹਾ। ਤਕਰੀਬਨ 10,000 ਯੋਧੇ ਸਿਰਾਂ ਤੇ ਕੱਫਣ ਬੰਨ੍ਹ ਕੇ ਪਹੁੰਚੇ ਸੀ। ਔਰ ਬਾਹਰ ਤਾਂ ਆਪਾਂ ਨੂੰ ਪਤਾ ਹੀ ਹੈ ਵੀ 22 ਧਾਰ ਦੇ ਪਹਾੜੀ ਰਾਜੇ, ਹਰ ਤਰ੍ਹਾਂ ਦਾ ਨਵਾਬ, ਫੌਜਾਂ ਦਿੱਲੀੋਂ ਚੜ੍ਹ ਕੇ ਆਈਆਂ, ਪਰ ਫਿਰ ਵੀ ਸ਼ੇਰਾਂ ਨੇ ਮੂੰਹ ਭਵਾਤੇ ਜਦੋਂ ਆਏ ਨੇ। ਕਈ ਘਟਨਾਵਾਂ ਘਟੀਆਂ ਨੇ ਉੱਥੇ। ਅੱਜ ਕੱਲ੍ਹ ਕਈ ਲੋਕ ਤਾਂ ਇਹਨਾਂ ਚੀਜ਼ਾਂ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਨੇ ਵੀ ਅਸੀਂ ਤਾਂ ਜੀ ਮੰਨਦੇ ਨਹੀਂ। ਸੋ ਉਹ ਵੀ ਗੱਲ ਆਪਾਂ ਫੇਰ ਕਰਾਂਗੇ। ਇੱਕ ਵਾਕਿਆ ਆਉਂਦਾ ਕਿ ਦਸ਼ਮੇਸ਼ ਪਿਤਾ ਜੀ ਨੇ ਤੀਰ ਅੰਦਾਜ਼ੀ ਦਾ, ਕਿਉਂਕਿ ਇਹ ਇਤਿਹਾਸ 'ਚ ਲਿਖਿਆ ਮਿਲਦਾ ਹੈ ਕਿ ਗੁਰੂ ਪਾਤਸ਼ਾਹ ਜੀ ਦੇ ਤੀਰਾਂ ਦੇ ਬਰਾਬਰ ਕੋਈ ਮੁਕਾਬਲਾ ਨਹੀਂ ਸੀ ਕਰ ਸਕਦਾ। ਉਹਨਾਂ ਦੇ ਤੀਰਾਂ ਦਾ ਮੁਕਾਬਲਾ ਨਹੀਂ ਸੀ ਕਿਸੇ ਤੋਂ ਹੋਇਆ। ਪਰ ਮੈਂ ਵੀ ਦੱਸ ਦੇਵਾਂ ਵੀ ਇੱਕ ਨੇ ਕੀਤਾ ਸੀ, ਉਹ ਆਪਾਂ ਅੱਗੇ ਸਾਂਝ ਕਰਾਂਗੇ। ਕੌਣ ਸੀ ਉਹ ਜਿਹਨੇ ਗੁਰੂ ਪਾਤਸ਼ਾਹ ਦੇ ਤੀਰਾਂ ਦੇ ਨਾਲ ਆਪਣੇ ਤੀਰਾਂ ਨੂੰ ਤੋਰਿਆ, ਉਹ ਅੱਗੇ ਜਾ ਕੇ ਸਾਂਝ ਕਰਾਂਗੇ। ਸੋ ਗੁਰਦੇਵ ਪਾਤਸ਼ਾਹ ਨੇ, ਕਹਿੰਦੇ ਉੱਥੋਂ ਕਿਲੇ ਦੇ ਉੱਤੇ ਬੈਠੇ ਨੇ ਤਾਂ ਵਜ਼ੀਰ, ਅਮੀਰ ਜਿਹੜੇ ਰਾਜੇ ਸੀ ਉਹ ਬੈਠੇ ਚੌਪੜ ਖੇਡ ਰਹੇ ਨੇ ਪਿੱਛੇ, ਜਿਹਨੂੰ ਸ਼ਤਰੰਜ ਕਹਿ ਲਓ, ਜੂਆ ਕਹਿ ਲਓ, ਜੋ ਵੀ ਕਹਿ ਲਓ। ਫੌਜਾਂ ਦੇ ਬਹੁਤ ਪਿੱਛੇ ਜਾ ਕੇ, ਉਹ ਤਕਰੀਬਨ 4 ਕੋਹ ਜਾਂ ਮਾਈਲ ਕੁਛ ਇੱਦਾਂ ਦਾ ਡਿਸਟੈਂਸ ਬਣਦਾ। ਕਹਿੰਦੇ ਹਜ਼ੂਰ ਨੇ ਉਹਨਾਂ ਦੇ ਪਾਵੇ 'ਚ ਤੀਰ ਮਾਰਤਾ ਸੀ। ਰੌਲਾ ਪੈ ਗਿਆ ਵੀ ਹੈ ਤੀਰ, ਕਿਉਂਕਿ ਗੁਰੂ ਪਾਤਸ਼ਾਹ ਦੇ ਤੀਰ ਦੀ ਖਾਸ ਨਿਸ਼ਾਨੀ ਸੀ, ਪਤਾ ਲੱਗ ਜਾਂਦਾ ਸੀ ਵੀ ਹਜ਼ੂਰ ਦਾ ਤੀਰ ਹੈ। ਘਬਰਾ ਉੱਠੇ ਕਿ ਜੇ ਕਿਤੇ ਤੀਰ ਸਾਡੇ ਲੱਗ ਜਾਂਦਾ ਹੈ, ਜਿਸ ਤਖਤ ਤੇ ਉਹ ਬੈਠੇ ਤੇ, ਤਾਂ ਦੂਜਾ ਤੀਰ ਫੇਰ ਮਾਰਿਆ ਗੁਰਦੇਵ ਨੇ। ਤੇ ਕਹਿੰਦੇ ਚਿੱਠੀ ਲਿਖੀ ਸੀ, ਕਹਿੰਦੇ ਤੁਹਾਨੂੰ ਮਾਰਨ ਲਈ ਮਾਰੇ ਹੀ ਨਹੀਂ, ਤੇ ਜੇ ਮਾਰਨਾ ਹੁੰਦਾ ਸਿਰ 'ਚ ਵੀ ਮਾਰ ਸਕਦਾ ਸੀ। ਨਿਸ਼ਾਨਾ ਜੇ ਪਾਵੇ 'ਚ ਮਾਰ ਸਕਦੇ ਤਾਂ ਸਿਰ ਵੀ ਦੂਰ ਨਹੀਂ। ਉਹ ਕਹਿੰਦੇ ਕਰਾਮਾਤ। ਹਜ਼ੂਰ ਦੀ ਅਗਲੀ ਚਿੱਠੀ ਆਈ ਸੀ ਕਿ ਕਰਾਮਾਤ ਨਹੀਂ। ਹੁਣ ਕਈ ਬੰਦੇ ਸੋਚਣਗੇ ਵੀ ਇਹਦਾ ਮਤਲਬ ਗੁਰੂ ਜੀ ਜਾਣੀ ਜਾਣ ਸੀ, ਉਹਨਾਂ ਨੂੰ ਕਿੱਦਾਂ ਪਤਾ ਲੱਗਦਾ ਸੀ? ਜਿਹੜਾ ਐਕਸਪੀਰੀਅੰਸਡ ਬੰਦਾ ਹੁੰਦਾ ਉਹਨੂੰ ਪਤਾ ਹੁੰਦਾ ਮੇਰੇ ਇਸ ਐਕਸ਼ਨ ਦਾ ਉੱਥੇ ਰਿਐਕਸ਼ਨ ਕੀ ਹੋਊਗਾ। ਜਿਹੜਾ ਇੰਨੀ ਵੀ ਗੱਲ ਨਾ ਸਮਝ ਸਕੇ ਉਹ ਆਗੂ ਬਣਨ ਦੇ ਲਾਇਕ ਹੀ ਨਹੀਂ ਹੁੰਦਾ। ਸੋ ਗੁਰਦੇਵ ਪਾਤਸ਼ਾਹ ਤਾਂ ਹਰ ਸਰਬ ਕਲਾ ਸੰਪੂਰਨ ਤੇ ਉਹਨਾਂ ਨੂੰ ਪਤਾ ਸੀ ਮੇਰੇ ਇਸ ਕਰਨ ਨਾਲ ਉਹ ਕੀ ਬੋਲਣਗੇ, ਮੇਰੇ ਇੱਦਾਂ ਕਰਨ ਨਾਲ ਉਹਨਾਂ ਦੇ ਕੀ ਰਿਐਕਸ਼ਨ ਹੋਣਾ। ਸੋ ਗੁਰਦੇਵ ਪਾਤਸ਼ਾਹ ਨੇ ਹੀ ਗੱਲ ਕਹੀ ਸੀ। ਸੋ ਇੱਥੋਂ ਆਨੰਦਪੁਰ ਸਾਹਿਬ ਦਾ ਜੋ ਹੁਣ ਇੱਥੇ ਇੱਕ ਵੱਡੀ ਗੱਲ ਆਉਂਦੀ ਹੈ, ਵਿਦਾਵਾ। ਕੀ ਵਿਦਾਵਾ ਕਦੇ ਦਿੱਤਾ ਗਿਆ ਜਾਂ ਕਿਹਨੇ ਦਿੱਤਾ? ਇਤਿਹਾਸ ਨੂੰ ਜਦੋਂ ਆਪਾਂ ਵਾਚਦੇ ਹਾਂ, ਗਿਆਨੀ ਗਿਆਨ ਸਿੰਘ, ਪੰਥ ਪ੍ਰਕਾਸ਼ ਜਾਂ ਰਤਨ ਸਿੰਘ ਭੰਗੂ, ਖਾਸ ਕਰ ਸੂਰਜ ਪ੍ਰਕਾਸ਼ ਦੀ ਕਥਾ ਜਿਹੜੀ ਚੱਲਦੀ ਹੈ, ਇਹਨਾਂ ਗ੍ਰੰਥਾਂ ਵਿੱਚ ਆਪਸ ਵਿੱਚ ਇੱਕੋ ਇੱਕ ਗ੍ਰੰਥ 'ਚ ਅੱਡ-ਅੱਡ ਵਾਰੀ ਲਿਖਿਆ ਪਿਆ ਵਿਦਾਵੇ ਬਾਰੇ। ਔਰ ਇੱਥੋਂ ਤੱਕ ਵੀ ਲਿਖਿਆ ਹੋਇਆ ਹੈ ਕਿ ਵਿਦਾਵਾ ਦੇਣ ਵਾਲਿਆਂ ਦੇ ਮੂਹਰੇ ਮਾਤਾ ਗੁਜਰੀ ਜੀ ਸੀ। ਸਭ ਤੋਂ ਪਹਿਲਾਂ ਸਿਗਨੇਚਰ ਉਹਨਾਂ ਨੇ ਕੀਤੇ ਨੇ, ਵਿਦਾਵਾ ਮਾਤਾ ਗੁਜਰੀ ਨੇ ਦਿੱਤਾ। ਔਰ ਇਹ ਵੀ ਲਿਖਿਆ, ਫਿਰ ਅੱਗੇ ਜਾ ਕੇ ਇਹ ਵੀ ਲਿਖਦੇ ਨੇ ਵਿਦਾਵਾ ਜਦੋਂ ਦੇਤਾ ਤਾਂ ਗੁਰੂ ਜੀ ਵੀ ਉਹਨਾਂ ਸਿੱਖਾਂ ਨਾਲੇ ਤੁਰ ਪਏ। ਫਿਰ ਵਿਦਾਵਾ ਲੈਣ ਦਾ ਮਤਲਬ ਕੀ ਰਹਿ ਗਿਆ ਜੇ ਆਪੇ ਨਾਲ ਤੁਰਨਾ? ਸੋ ਇਹ ਵਿਦਾਵਾ ਹੈ ਨਾ, ਜਿਹੜਾ ਕਵਿਤਾ ਦੇ ਵਿੱਚ ਲਿਖੀ ਹੋਈ ਇੱਕ ਬੋਲੀ ਨੂੰ, ਸ਼ੈਲੀ ਨੂੰ ਆਪਾਂ ਕਹਿ ਸਕਦੇ ਹਾਂ। ਰਿਟਨ ਦੀ ਲੋੜ ਨਹੀਂ ਹੁੰਦੀ। ਅੱਜ ਵੀ ਜੇ ਗੁਰੂ ਨੂੰ ਕੋਈ ਵਿਦਾਵਾ ਦੇਣਾ ਤਾਂ ਆਪਾਂ ਨੂੰ ਲਿਖ ਕੇ ਦੇਣਾ ਪੈਂਦਾ ਕਿ ਮੈਂ ਤੇਰਾ ਸਿੱਖ ਨਹੀਂ। ਲਿਖਣ ਦੀ ਲੋੜ ਹੀ ਨਹੀਂ ਹੁੰਦੀ। ਜਦੋਂ ਗੁਰੂ ਦੀ ਹੁਕਮ ਮੰਨਣੋਂ ਹਟ ਕੇ ਤਾਂ ਬਸ ਸਿੱਖ ਨਹੀਂ, ਗੱਲ ਇੰਨੀ ਹੋ ਹੈ। ਇਹ ਗੁਰੂ ਘਰ ਦੇ ਵਿੱਚ ਕੋਈ ਜਦੋਂ ਐਂਟਰੀ ਕਰਦੇ ਹਾਂ ਉਦੋਂ ਕਿਹੜਾ ਆਪਾਂ ਰਿਟਨ 'ਚ ਦਿੰਦੇ ਹਾਂ ਗੁਰੂ ਨੂੰ, ਜਾਂ ਗੁਰੂ ਪਾਤਸ਼ਾਹ ਆਪਣੇ ਤੋਂ ਰਿਟਨ 'ਚ ਲੈਂਦੇ ਨੇ ਵੀ ਲੈ ਦੇ ਲਿਖ ਕੇ? ਨਹੀਂ, ਗੁਰੂ ਦਾ ਹੁਕਮ ਮੰਨਣ ਲਈ ਤਿਆਰ ਹਾਂ
ਤੁਹਾਡੀਆਂ ਜੋ ਸ਼ਰਤਾਂ ਨੇ ਉਹਨਾਂ ਤੇ ਪੂਰੇ ਉਤਰਾਂਗੇ, ਤੁਹਾਡੀ ਸਿੱਖਿਆ ਤੇ ਚੱਲਾਂਗੇ ਤਾਂ ਦੈਟਸ ਇਟ, ਨਹੀਂ ਚੱਲਾਂਗੇ ਤਾਂ ਆਪੇ ਬਾਹਰ। ਸੋ ਵਿਦਾਵਾ ਨਾਮ ਦੀ ਜਿਹੜੀ ਇਹ ਤਿੰਨੇ ਗ੍ਰੰਥਾਂ ਵਿੱਚ ਔਰ ਕਿਤੇ ਵੀ 40 ਗਿਣਤੀ ਨਹੀਂ, ਇਹ ਵੀ ਧਿਆਨ 'ਚ ਰੱਖਣਾ। ਜਿਹੜਾ ਅਸੀਂ 40 ਮੁਕਤਿਆਂ ਦੀ ਗੱਲ ਕਰਦੇ ਹਾਂ, 40 ਗਿਣਤੀ ਵਿਦਾਵੇ ਵਾਲਿਆਂ ਦੀ ਕਿਤੇ ਵੀ ਨਹੀਂ। 300-400 ਕਿਤੇ ਲਿਖੀ ਹੈ, ਕਿਤੇ 250 ਲਿਖੀ ਹੈ, ਕਿਤੇ 200 ਲਿਖੀ ਹੈ। ਔਰ ਮੇਨ ਗੱਲ ਹੈ ਕਿ ਮਾਤਾ ਗੁਜਰੀ ਜੀ ਉਹ ਮਾਂ ਜਿਹਨੇ ਚੜ੍ਹਦੀ ਜਵਾਨੀ 'ਚ, ਭਰ ਜਵਾਨੀ ਦੇ ਵਿੱਚ ਪਤੀ ਤੋਰਿਆ। ਇੱਕ ਵਾਰੀ ਵੀ ਇਤਿਹਾਸ ਨੇ ਕਿਤੇ ਜ਼ਿਕਰ ਕੀਤਾ ਕਿ ਮਾਤਾ ਜੀ ਨੇ ਰੋਕਿਆ ਹੋਵੇ ਉਹਨਾਂ ਨੂੰ। ਈਵਨ ਕਿ ਗੱਦੀ ਦੀ ਜ਼ਿੰਮੇਵਾਰੀ ਜਦੋਂ ਬਾਲ ਗੋਬਿੰਦ ਰਾਏ ਦੇ ਮੋਢਿਆਂ ਤੇ ਆ ਪਈ ਤਾਂ ਮਾਤਾ ਗੁਜਰੀ ਜੀ ਦੀ ਸੁਚੱਜੀ ਅਗਵਾਈ ਸੀ, ਸੰਗਤਾਂ ਨੂੰ ਪ੍ਰੇਰ ਕੇ ਸਮਝਾਉਣਾ, ਹੌਸਲਾ ਦੇਣਾ। ਪਿਤਾ ਦਾ, ਪਤੀ ਦਾ ਕਟਿਆ ਹੋਇਆ ਸਿਰ ਝੋਲੀ ਝਾਣ ਪਿਆ, ਪਰ ਨਾ ਘਬਰਾਈਏ ਤੇ ਨਾ ਸੰਗਤਾਂ ਨੂੰ ਘਬਰਾਉਣ ਦਿੱਤਾ। ਕਿਤੇ ਕਿਸੇ ਇਤਿਹਾਸਕਾਰ ਨੇ ਲਿਖਿਆ ਕਿ ਮਾਤਾ ਜੀ ਦੇ ਅੱਖ 'ਚੋਂ ਕਥਰੂ ਵੀ ਆਇਆ ਹੋਵੇ। ਪੁੱਤ ਤੇ ਨਿੱਤ ਮੁਸੀਬਤਾਂ, ਨਿੱਤ ਲੜਾਈਆਂ, ਕਦੇ ਪੁੱਤ ਨੂੰ ਹੌਸਲਾ ਹੀ ਦਿੱਤਾ। ਇਹ ਨਹੀਂ ਕਿਹਾ ਕਿ ਪੁੱਤ ਆਹ ਰਾਹ ਛੱਡ ਦੇ। ਜੇ ਮਸੰਦ ਜਾ ਕੇ ਸ਼ਿਕਾਇਤਾਂ ਕਰਦੇ ਨੇ ਤਾਂ ਉਹਨਾਂ ਨੂੰ ਵੀ ਸਮਝਾਉਂਦੇ ਨੇ, ਘਬਰਾਓ ਨਾ, ਇਹ ਗੁਰੂ ਨਾਨਕ ਦੀ ਜੋਤ ਹੈ, ਭਰੋਸਾ ਰੱਖੋ ਗੁਰੂ ਤੇ। ਜਦੋਂ ਸਭ ਤੋਂ ਵੱਡੀ ਪ੍ਰੀਖਿਆ, ਵੈਸੇ ਅਸੀਂ ਤਾਂ ਕੌਣ ਹੁੰਦੇ ਹਾਂ ਵੱਡੀਆਂ ਛੋਟੀਆਂ ਕਹਿਣ ਵਾਲੇ, ਸਾਡੀ ਸੋਚ ਮੁਤਾਬਕ ਜਦੋਂ ਸਭ ਤੋਂ ਵੱਡਾ ਇਮਤਿਹਾਨ ਸਰਹੰਦ ਹੋਇਆ ਛੋਟੇ ਸਾਹਿਬਜ਼ਾਦਿਆਂ ਦਾ, ਉੱਥੇ ਵੀ ਮਾਂ ਨੇ ਸਮਝਾ ਕੇ ਦਲੇਰੀ ਦੇ ਕੇ ਤੋਰਿਆ ਵੀ ਘਬਰਾਇਓ ਨਾ, ਪੁਰਜਾ ਪੁਰਜਾ ਕਟਮਰ ਹੈ, ਕਬਹੂ ਨਾ ਛੱਡੈ ਖੇਤ। ਐਦੋਂ ਵੱਡੀ ਦ੍ਰਿੜਾ ਇਰਾਦੇ ਵਾਲੀ ਮਾਂ ਹੋਰ ਕੌਣ ਹੋ ਸਕਦੀ ਹੈ। ਸੋ ਉਸ ਮਾਂ ਨੂੰ ਲਿਖਿਆ ਹੋਇਆ ਕਿ ਵਿਦਾਵਾ ਦੇ ਗਏ। ਕਿਵੇਂ ਮੰਨ ਲਈਏ ਇਹਨਾਂ ਕੂੜ ਕਹਾਣੀਆਂ ਨੂੰ ਅਸੀਂ। ਸੋ ਇਸ ਕਰਕੇ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਉੱਥੇ ਘੇਰਾ ਪੈ ਗਿਆ ਆਨੰਦਪੁਰ ਦੇ ਵਿੱਚ। ਜਿਹੜੇ ਇਹ 40 ਮੁਕਤਿਆਂ ਦੀ ਹੁਣ ਗੱਲ ਆਪਾਂ ਕਰਦੇ ਹਾਂ, ਇਹ 40 ਮੁਕਤੇ ਕੌਣ ਨੇ? ਇਹ 40 ਮੁਕਤੇ ਨੇ ਚਮਕੌਰ ਵਾਲੇ, ਕਿਉਂਕਿ ਪੂਰੀ ਗਿਣਤੀ 40 ਦੀ ਚਮਕੌਰ ਹੈ। ਔਰ ਮੁਕਤਾ ਕੀ ਹੈ? ਖਿਤਾਬ ਹੈ। ਜਿਵੇਂ ਹਰੇਕ ਦੇਸ਼ ਦੇ ਵਿੱਚ ਵੀਰ ਚੱਕਰ, ਪਰਮਵੀਰ ਚੱਕਰ, ਵਿਕਟੋਰੀਆ ਕਰਾਸ ਅੱਡੋ ਅੱਡ ਦੇਸ਼ਾਂ ਦੇ ਅੱਡੋ ਅੱਡ ਰੱਖੇ ਹੋਏ ਨੇ। ਕਹਿ ਲਓ ਵੀ ਬਹਾਦਰੀ ਪੁਰਸਕਾਰ, ਤੇ ਗੁਰਦੇਵ ਪਾਤਸ਼ਾਹ ਦੇ ਸੀਗੇ ਉਹਨਾਂ ਵੇਲਿਆਂ 'ਚ। ਪਿਆਰੇ ਜਿਹੜਾ ਪੰਜਾਂ ਪਿਆਰਾ ਖਿਤਾਬ ਹੈ, ਮੁਕਤਾ ਖਿਤਾਬ ਹੈ। ਆਹ ਮੇਰਾ 5000 ਇਹ ਮੇਰਾ 10,000 ਖਿਤਾਬ ਨੇ। ਸੋ ਇਹ ਮੁਕਤਾ ਖਿਤਾਬ ਬਖਸ਼ਿਸ਼ ਕੀਤਾ ਹਜ਼ੂਰ ਨੇ। ਮੈਂ ਪਹਿਲਾਂ ਵੀ ਦੱਸਿਆ ਸੀ 3 ਵਾਰੀ। ਪਹਿਲੀ ਵਾਰ ਆਨੰਦਪੁਰ ਸਾਹਿਬ ਜਦੋਂ ਅੰਮ੍ਰਿਤ ਛਕਾਇਆ, ਪੰਜਾਂ ਨੇ ਛਕਿਆ, ਉਹਨਾਂ ਨੂੰ ਪਿਆਰਿਆਂ ਦਾ ਖਿਤਾਬ ਮਿਲਿਆ। ਦੂਜੀ ਵਾਰੀ ਫੇਰ ਪੰਜਾਂ ਨੇ ਅੰਮ੍ਰਿਤ ਛਕਿਆ ਸੀ, ਜਿਨ੍ਹਾਂ ਨੂੰ 5 ਮੁਕਤਿਆਂ ਦਾ ਖਿਤਾਬ ਦਿੱਤਾ ਸੀ ਗੁਰਦੇਵ ਨੇ। ਤੇ ਇਹ ਪਹਿਲਾ ਵਾਰਾ ਖਿਤਾਬ। ਦੂਜਾ ਖਿਤਾਬ ਚਮਕੌਰ ਦੀ ਗੜੀ, ਜਦੋਂ ਹਜ਼ੂਰ ਤੁਰਨ ਲੱਗੇ ਕਹਿ ਗਏ ਸੀ ਕਿ ਤੁਹਾਨੂੰ ਇਤਿਹਾਸ ਮੁਕਤਿਆਂ ਦੇ ਨਾਮ ਨਾਲ ਯਾਦ ਕਰੂ। ਤੇ ਤੀਜੀ ਵਾਰੀ 300-400 ਸਿੰਘ ਜਿਹੜੇ ਮੁਕਤਸਰ ਸ਼ਹੀਦ ਹੋਏ ਤੇ ਉਹਨਾਂ ਨੂੰ ਮੁਕਤਿਆਂ ਦਾ ਖਿਤਾਬ ਮਿਲਿਆ। ਇਹ 3 ਵਾਰੀ ਮਿਲਣ ਕਰਕੇ ਸਾਡਾ ਆਪਸ 'ਚ ਰਲਗੱਡ ਹੋ ਗਿਆ। ਅਸੀਂ ਸਮਝ ਤੋਂ ਅਸਮਰੱਥ ਹੋ ਗਏ ਕਿ ਅਸਲੀ ਮੁਕਤੇ ਕਿਹੜੇ ਨੇ, ਕਿਉਂਕਿ ਚਮਕੌਰ ਸਾਹਿਬਜ਼ਾਦੇ ਹੋਣ ਕਰਕੇ ਮੁੱਖ ਉਹ ਆ ਗਏ। 40 ਪਿੱਛੋਂ ਕੱਟਿਆ ਗਿਆ ਤੇ 40 ਅਸੀਂ ਉੱਥੇ ਜੋੜਤਾ। ਤੇ ਤੁਹਾਨੂੰ ਪਤਾ ਸਾਡੇ ਸਿਰਾਂ ਦੇ ਉੱਤੇ ਕਿੱਡੀਆਂ ਮੁਸੀਬਤਾਂ ਰਹੀਆਂ ਨੇ, ਤਾਂ ਬਹੁਤਾ ਇਤਿਹਾਸ ਸਮਝਣਾ ਜਾਂ ਸਮਝਾਉਣਾ ਔਖਾ ਸੀ, ਸਮਾਂ ਨਹੀਂ ਸੀ। ਤਾਂ ਹੁਣ ਮੀਡੀਏ ਰਾਹੀਂ ਹੌਲੀ ਹੌਲੀ ਗੱਲ ਚੱਲ ਰਹੀ ਹੈ, ਕਿਉਂਕਿ ਕਈ ਵਾਰੀ ਸੱਚ ਸਾਹਮਣੇ ਆਉਣ ਨੂੰ ਸਦੀਆਂ ਲੱਗ ਜਾਂਦੀਆਂ ਨੇ। ਉਹ ਆਪਾਂ ਅੱਗੇ ਗੱਲ ਕਰਾਂਗੇ। ਸੋ ਆਨੰਦਪੁਰ ਸਾਹਿਬ ਦਾ ਜੋ ਘੇਰਾ ਸੀ, ਸਿੱਖਾਂ ਦੀ ਸਹਿਮਤੀ ਸਲਾਹ ਨਾਲ ਜਦੋਂ ਨਵਾਬ 6 ਮਹੀਨੇ ਇਹ ਲਗਭਗ ਘੇਰਾ ਰਿਹਾ, ਬਾਹਰੋਂ ਆਉਣਾ, ਖਾਣਾ ਪੀਣਾ ਦਾਣਾ ਸਭ ਕੁਝ ਤਬਾਹ ਹੋ ਗਿਆ। ਬੰਦ ਕਰਤੇ ਰਾਹ ਉਹਨਾਂ ਨੇ। ਬਥੇਰਾ ਉਹਨਾਂ ਤੋਂ ਖੋਹ ਖਜਨ ਲਿਆਂਦਾ, ਪਰ ਕਿੰਨਾ ਕੁ ਚਿਰ ਇਹ ਕੰਮ ਚੱਲਦਾ। ਪਹਿਰੇ ਦਿਨੋਂ ਦਿਨ ਸਖਤ ਹੁੰਦੇ ਗਏ। ਆਨੰਦਪੁਰ ਪੂਰੀ ਤਰ੍ਹਾਂ ਉਜਾੜ ਕੇ ਰੱਖਤਾ ਉਹਨਾਂ ਨੇ। ਸੋ ਗੁਰਦੇਵ ਪਾਤਸ਼ਾਹ ਦੇ ਕੋਲੇ ਉਹਨਾਂ ਦਾ ਵੀ ਚਾਰਾ ਕੋਈ ਨਹੀਂ ਚੱਲ ਰਿਹਾ ਸੀ। ਇਸ ਦੁੱਖ ਤੇ ਭੁੱਖ ਦੇ ਘਰੋਂ ਬੜੀਆਂ ਕੀਮਤੀ ਜਾਨਾਂ ਅੰਦਰ ਜਾਣੀਆਂ ਸ਼ੁਰੂ ਹੋ ਗਈਆਂ। ਪ੍ਰਸ਼ਾਦੀ ਹਾਥੀ, ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਪਹਿਲਾ ਜੰਗੀ ਜਿਹਦੇ ਕਰਕੇ ਹੋਇਆ ਸੀ, ਉਹ ਭੁੱਖ ਦੇ ਨਾਲ ਤੜਫ ਰਿਹਾ, ਕਿਉਂਕਿ ਹਾਥੀ ਦੀ ਖੁਰਾਕ ਆਪਾਂ ਨੂੰ ਵੀ ਪਤਾ ਵੀ ਕਿੰਨੀ ਹੈ। ਹੁਣ ਉਹਦੇ ਨਾਲ ਸਿੱਖਾਂ ਦੀ ਸਤਿਕਾਰ ਭਾਵਨਾ, ਸ਼ਰਧਾ ਜੁੜੀ ਹੋਈ ਸੀ ਕਿ ਗੁਰਦੇਵ ਪਾਤਸ਼ਾਹ ਜੀ ਦਾ ਖਾਸ ਪਿਆਰਾ ਹਾਥੀ ਹੈ, ਗੁਰੂ ਜੀ ਦੀ ਸੇਵਾ ਕਰਦਾ ਸੀ। ਤਾਂ ਉਹਨਾਂ ਨੇ ਇੱਕੋ ਬੇਨਤੀ ਕੀਤੀ ਸੀ, ਮਹਾਰਾਜ ਸਾਡੇ ਕੋਲੋਂ ਇਹ ਤੜਫਦਾ ਨਹੀਂ ਦੇਖਿਆ ਜਾਂਦਾ, ਤੁਸੀਂ ਮੁਕਤੀ ਕਰੋ। ਸੋ ਗੁਰਦੇਵ ਨੇ ਖੁਦ ਫਿਰ ਪ੍ਰਸ਼ਾਦੀ ਹਾਥੀ ਨੂੰ ਗੋਲੀ ਮਾਰ ਕੇ ਤੋਰਿਆ ਸੀ, ਕਿਉਂਕਿ ਬਹੁਤ ਤੜਫ ਰਿਹਾ ਸੀ ਉਹ। ਸੋ ਕਈ ਕੀਮਤੀ ਜਾਨਾਂ ਇਸ ਥਾਂ ਦੇ ਉੱਤੇ ਚਲੀਆਂ ਗਈਆਂ। ਇਹਨਾਂ ਭੁੱਖਾਂ ਤੇ ਦੁੱਖਾਂ ਤੋਂ ਅੰਦਰਲੇ ਵੀ ਤੰਗ ਆ ਗਏ ਤੇ ਔਖੇ ਬਾਹਰਲੇ ਵੀ ਉਹ ਨਹੀਂ ਸੀ, ਕਿਉਂਕਿ ਉਹ ਤਾਂ ਰੜੇ ਮੈਦਾਨ ਬੈਠੇ ਨੇ। ਅੰਦਰ ਤਾਂ ਫੇਰ ਵੀ ਥੋੜ੍ਹਾ ਬਹੁਤਾ
ਓਟ ਸੀਗੀ ਕੰਧਾਂ ਦੀ। ਤਾਂ ਬਾਹਰਲਿਆਂ ਨੇ ਜਦੋਂ ਦੇਖਿਆ ਵੀ ਕੋਈ ਚਾਰਾ ਨਹੀਂ, ਤਾਂ ਬਹੁਤ ਸਾਰਾ ਉਹਨਾਂ ਦਾ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਵੀ ਬਣੂਗਾ ਕੀ। ਤਾਂ ਅਖੀਰ ਉਹਨਾਂ ਨੇ ਕਸਮਾਂ ਖਾਧੀਆਂ ਕਿ ਮਹਾਰਾਜ ਸਾਡੀ ਇੱਜ਼ਤ ਰਹਿ ਜੂ, ਨਹੀਂ ਔਰੰਗਜ਼ੇਬ ਨੇ ਸਾਨੂੰ ਛੱਡਣਾ ਨਹੀਂ, ਤੁਸੀਂ ਕਿਲ੍ਹਾ ਖਾਲੀ ਕਰ ਜੋ, ਅਸੀਂ ਕੁਛ ਨਹੀਂ ਕਹਾਂਗੇ। ਭਾਵੇਂ ਗੁਰਦੇਵ ਨੂੰ ਪਤਾ ਸੀ, ਸਿੱਖਾਂ ਨਾਲ ਸਲਾਹ ਵੀ ਕੀਤੀ, ਕੋਸ਼ਿਸ਼ ਕੀਤੀ, ਪਰ ਚਾਰਾ ਵੀ ਕੋਈ ਨਹੀਂ ਸੀ। ਸਿੱਖਾਂ ਨੇ ਇੱਕੋ ਗੱਲ ਕਹੀ, ਮਹਾਰਾਜ ਅੰਦਰ ਵੀ ਤਾਂ ਭੁੱਖ ਨਾਲ ਫਿਰ ਮਰੇ ਰਹੇ ਹਾਂ, ਕਿਉਂ ਨਾ ਬਾਹਰ ਦੋ ਦੋ ਹੱਥ ਕਰਕੇ ਦੇਖਦੇ ਹਾਂ, ਜੇ ਬਚ ਕੇ ਨਿਕਲ ਗਏ ਤਾਂ ਵੀ ਭਲਾ, ਨਹੀਂ ਜੂਝ ਕੇ ਸ਼ਹੀਦੀ ਪਾਵਾਂਗੇ। ਸੋ ਇਹ ਆਪਸ ਦੇ ਵਿੱਚ ਸਹਿਮਤੀ ਦੇ ਨਾਲ, ਕਿਉਂਕਿ ਗੁਰਦੇਵ ਨੇ ਪੰਜਾਂ ਨੂੰ ਅਧਿਕਾਰ ਦਿੱਤੇ ਹੋਏ ਸੀ, ਸੰਗਤ ਦੀ ਹਰ ਤਰ੍ਹਾਂ ਦੀ ਸਲਾਹ ਦੀ ਉਹ ਕਦਰ ਕਰਦੇ ਤੇ। ਤਾਂ ਗੁਰਦੇਵ ਨੇ ਰਣਨੀਤੀ ਬਣਾਈ ਕਿ ਕਿਵੇਂ ਆਪਾਂ ਅਨੰਦਪੁਰ ਸਾਹਿਬ ਨੂੰ ਛੱਡਣਾ, ਕਿਹੜੀ ਦਿਸ਼ਾ 'ਚ ਜਾਣਾ। ਤਾਰਿਆਂ ਦੀਆਂ ਸੇਧਾਂ ਉਦੋਂ ਚੱਲਦੀਆਂ ਸੀ, ਕਿਉਂਕਿ ਅੱਜ ਵੀ ਪੁਰਾਣੇ ਬਜ਼ੁਰਗ ਤਾਰੇ ਦੇਖ ਕੇ ਦੱਸ ਦਿੰਦੇ ਨੇ ਕਿਹੜਾ ਪਾਸਾ ਕਿੱਦਾਂ ਕਿਵੇਂ ਆ, ਉਹਨਾਂ ਨੂੰ ਬਹੁਤ ਇਹਨਾਂ ਚੀਜ਼ਾਂ ਦੀ ਨੌਲੇਜ ਹੈ। ਅਸੀਂ ਤਾਂ ਕੰਪਾਸ ਦੇਖ ਕੇ ਵੀ ਉਲਝ ਜਾਂਦੇ ਵੀ ਕਿੱਧਰ ਨੂੰ ਜਾਣਾ। ਉਹ ਤਾਰਿਆਂ ਦੀ ਸੇਧ 'ਚ ਗੁਰਦੇਵ ਨੇ ਸਮਝਾਇਆ ਕਿ ਜਿਹੜਾ ਸਿੱਖ ਨਿਕਲ ਆਵੇ ਉਹ ਫਲਾਣੇ ਤਾਰੇ ਦੀ ਸੇਧ ਜਾਵੇ, ਅਸੀਂ ਇੱਥੋਂ ਨਿਕਲ ਕੇ ਕਿੱਧਰ ਜਾਣਾ। ਸੋ ਜਦੋਂ ਗੁਰਦੇਵ ਨੇ ਕਿਲ੍ਹਾ ਖਾਲੀ ਕੀਤਾ, ਪਹਿਲਾਂ ਹੀ ਪਤਾ ਸੀ ਕਿ ਉਹਨਾਂ ਨੇ ਵਾਅਦਾ ਤੋੜਨਾ ਹੀ ਹੈ। ਸੋ ਸਰਸਾ ਦੇ ਕੰਢੇ 'ਤੇ ਬਹੁਤ ਹੀ ਖੂਨੀ ਜੰਗ ਹੋਈ। ਪਿੱਛੋਂ ਉਹਨਾਂ ਨੇ ਅਟੈਕ ਕਰ ਦਿੱਤਾ, ਪਹਿਲਾਂ ਰਾਹ ਦਿੱਤਾ ਲੰਘਣ ਨੂੰ ਕਿ ਲੰਘ ਜਾਓ। ਜਦੋਂ ਸਰਸਾ ਦੇ ਕੰਢੇ ਪਹੁੰਚੇ ਨੇ, ਸਰਸਾ ਨਦੀ ਬਹੁਤ ਛੋਟੀ ਹੈ, ਬਹੁਤੀ ਨਹੀਂ, ਆਮ ਦਿਨਾਂ 'ਚੋਂ ਇੱਕ ਨਾਲੇ ਵਾਂਗੂ ਥੋੜ੍ਹਾ ਜਿਹਾ ਪਾਣੀ ਵਹਿੰਦਾ, ਪਰ ਇਹ ਪਹਾੜੀ ਨਦੀਆਂ ਹੁੰਦੀਆਂ ਨੇ, ਥੋੜ੍ਹਾ ਜਿਹਾ ਮੀਂਹ ਪੈਣ ਨਾਲ ਭਰ ਜਾਂਦੀਆਂ ਨੇ, ਕਿਉਂਕਿ ਪਹਾੜਾਂ ਦਾ ਪਾਣੀ ਇਕੱਠਾ ਹੋ ਕੇ ਇੱਕਦਮ ਆ ਜਾਂਦਾ। ਜਿਵੇਂ ਦੁੱਧ ਦੇ ਵਾਲ ਵਾਂਗੂ ਇਹ ਪਾਣੀ ਚੜ੍ਹਦਾ, ਉਵੇਂ ਹੀ ਥੱਲੇ ਵੀ ਉਤਰਦਾ। ਪਰ ਗੁਰੂ ਪਾਤਸ਼ਾਹ ਕੋਲੇ ਥੱਲੇ ਪਾਣੀ ਨੂੰ ਉਤਰਨ ਦੀ ਉਡੀਕ ਕਰਨ ਦਾ ਟਾਈਮ ਨਹੀਂ ਸੀ। ਉਹ ਚੜ੍ਹਾਅ ਦੇ ਵਿੱਚੋਂ, ਕਿਉਂਕਿ 6 ਪੋਹ ਦੀ ਕਕਰੀਲੀ ਰਾਤ ਸਿਆਲਾਂ ਦੀ ਜਿਹਨੂੰ ਆਪਾਂ ਕਹਿੰਦੇ ਹਾਂ, ਪੂਰਾ ਠੱਕਾ ਚੱਲਦਾ ਸੀ, ਬੂੰਦਾਬਾਂਦੀ ਹੋ ਰਹੀ ਹੈ, ਨਦੀ ਚੜ੍ਹੀ ਹੋਈ ਹੈ, ਭੁੱਖਣ ਭਾਣੇ ਨੇ। ਤੇ ਗੁਰਦੇਵ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਸਾਹਿਬਜ਼ਾਦਾ ਅਜੀਤ ਸਿੰਘ ਤੇ ਬਾਬਾ ਉਦੈ ਸਿੰਘ ਜੀ ਨੂੰ ਕਿ ਜਾਓ, ਤੁਸੀਂ ਫੌਜਾਂ ਨੂੰ ਪਿੱਛੇ ਰੋਕ ਕੇ ਰੱਖੋ ਤੇ ਪਰਿਵਾਰ ਤੇ ਸਿੱਖ ਇਹ ਨਦੀ ਪਾਰ ਕਰਨਗੇ। ਸੋ ਸਾਰਿਆਂ ਨੇ ਉਹ ਨਦੀ ਨੂੰ ਪਾਰ ਕੀਤਾ। ਸਾਹਿਬ ਅਜੀਤ ਸਿੰਘ ਤੇ ਬਾਬਾ ਉਦੈ ਸਿੰਘ ਨੇ ਦੁਸ਼ਮਣ ਦਲ ਨੂੰ ਰੋਕ ਕੇ ਰੱਖਿਆ ਉਸ ਥਾਂ ਦੇ ਉੱਤੇ। ਲੰਬਾ ਸਮਾਂ ਘਮਸਾਣ ਦਾ ਜੰਗ ਹੋਇਆ, ਇੱਥੇ ਹੀ ਪਰਿਵਾਰ ਵਿਛੋੜਾ ਹੋਇਆ, 3 ਹਿੱਸਿਆਂ 'ਚ ਪਰਿਵਾਰ ਵੰਡਿਆ ਗਿਆ, ਈਵਨ ਕਿ ਸਾਹਿਬਜ਼ਾਦਾ ਅਜੀਤ ਸਿੰਘ ਵੀ। ਤੇ ਉੱਥੇ ਬਾਬਾ ਜੀਵਨ ਸਿੰਘ ਜੀ ਪਹੁੰਚੇ, ਉਹਨਾਂ ਨੇ ਸਾਹਿਬ ਅਜੀਤ ਸਿੰਘ ਨੂੰ ਹੁਕਮ ਕੀਤਾ ਕਿ ਸਾਹਿਬਜ਼ਾਦਾ ਜੀ, ਗੁਰੂ ਦਾ ਹੁਕਮ ਹੈ ਕਿ ਜਾਓ ਤੁਸੀਂ, ਮੈਂ ਪਿੱਛੇ ਆਉਣਾ ਤੁਹਾਡੇ। ਇਸ ਥਾਂ ਦੇ ਉੱਤੇ ਭਾਈ ਉਦੈ ਸਿੰਘ ਦੁਸ਼ਮਣ ਨਾਲ ਜੂਝਦੇ ਹੋਏ ਸ਼ਹਾਦਤ ਜਾਮ ਹਾਸਲ ਕਰ ਗਏ। ਪਰਿਵਾਰ ਵਿਛੜ ਗਿਆ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ, ਮਾਤਾਵਾਂ ਦਿੱਲੀ ਰਵਾਨਾ ਹੋਈਆਂ ਭਾਈ ਮਨੀ ਸਿੰਘ ਜੀ ਨਾਲ, ਤੇ ਗੁਰਦੇਵ ਪਾਤਸ਼ਾਹ ਜੀ ਕੁਝ ਸਿੰਘਾਂ ਦੇ ਨਾਲ, ਉਹਨਾਂ ਦੀ ਗਿਣਤੀ ਅੱਡ ਅੱਡ ਦੱਸੀ ਜਾਂਦੀ ਹੈ, ਉੱਥੋਂ ਨਿਕਲ ਕੇ ਰੋਪੜ ਵਾਲੇ ਪਾਸੇ ਤੁਰ ਪਏ। ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਬਾਅਦ ਵਿੱਚ ਨਦੀ ਪਾਰ ਕਰਕੇ, ਕਿਉਂਕਿ ਦੱਸਿਆ ਹੋਇਆ ਸੀ ਕਿ ਮੈਂ ਕਿਹੜੇ ਪਾਸੇ ਤੁਰਨਾ, ਕੁਛ ਕੁ ਸਿੰਘਾਂ ਨਾਲ, 5-7 ਸਿੱਖਾਂ ਦੇ ਨਾਲ, ਉਹ ਬਾਅਦ ਵਿੱਚ ਗੁਰਦੇਵ ਪਾਤਸ਼ਾਹ ਜੀ ਨੂੰ ਜਾ ਕੇ ਮਿਲੇ ਨੇ। ਸੋ ਇੱਥੇ ਇੱਕ ਵੱਡੀ ਘਟਨਾ ਹੋਰ ਆਉਂਦੀ ਹੈ ਕਿ ਗੁਰੂ ਪਾਤਸ਼ਾਹ ਜਦੋਂ ਪਹੁੰਚੇ ਨੇ ਭੱਠਾ ਸਾਹਿਬ, ਜਿਹਨੂੰ ਅੱਜ ਕੱਲ੍ਹ ਕਿਹਾ ਜਾਂਦਾ, ਉੱਥੇ ਗੁਰਦੁਆਰਾ ਭੱਠਾ ਸਾਹਿਬ ਹੈ, ਕਿ ਉਹ ਭੱਠਾ ਸੀ। ਕਿਸੇ ਨੂੰ ਗੁਰਦੇਵ ਪਾਤਸ਼ਾਹ ਨੇ ਪੁੱਛਿਆ ਕਿ ਕੋਈ ਥਾਂ ਜਿੱਥੇ ਥੋੜ੍ਹਾ ਚਿਰ ਰੈਸਟ ਕਰ ਸਕੀਏ, ਕਹਿੰਦੇ ਜੀ ਉੱਥੇ ਵਗ ਜਾਓ। ਉਹਨੇ ਕਹਿੰਦੇ ਮਜ਼ਾਕ ਕੀਤਾ ਵੀ ਭੱਠੇ 'ਤੇ ਜਾਣਗੇ ਆਪੇ ਸੜ ਜਾਣਗੇ। ਤੇ ਕਹਿੰਦੇ ਜਦੋਂ ਗੁਰਦੇਵ ਪਾਤਸ਼ਾਹ ਜੀ ਨੇ ਉੱਥੇ ਚਰਨ ਰੱਖੇ ਤਾਂ ਭੱਠਾ ਠੰਡਾ ਹੋ ਗਿਆ। ਸਾਨੂੰ ਇਹ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ। ਹੈਰਾਨੀ ਦੀ ਗੱਲ ਹੈ, ਉਹੀ ਪ੍ਰਚਾਰਕ ਕੁਛ ਟਾਈਮ ਪਹਿਲਾਂ ਸਟੇਜ 'ਤੇ ਕਹਿ ਰਹੇ ਹੁੰਦੇ ਨੇ ਕਿ ਗੁਰੂ ਘਰ ਦੇ ਵਿੱਚ ਕਰਾਮਾਤ ਕਹਿ ਰਿਹਾ ਜੀ, ਕਰਾਮਾਤ ਹੁੰਦੀ ਉਹ ਨਹੀਂ, ਤੇ ਹਰ ਪੈਰ ਦੇ ਉੱਤੇ ਕਰਾਮਾਤ ਦਿਖਾਈ ਜਾਂਦੇ ਨੇ। ਉਹ ਜੇ ਠੰਡੇ ਹੀ ਕਰਨਾ ਸੀ ਤਾਂ ਦੁਸ਼ਮਣਾਂ ਦੇ ਉਸ ਗੁੱਸੇ ਨੂੰ, ਉਸ ਨਫ਼ਰਤ ਨੂੰ ਠੰਡੀ ਕਰ ਦਿੰਦੇ, ਜੇ ਕਰਾਮਾਤ ਇਹ ਦਿਖਾਉਣੀ ਸੀ। ਪਰ ਭੱਠਾ ਠੰਡਾ ਕਰਕੇ ਅਸੀਂ ਕਹਿੰਦੇ ਵੀ ਨਾ ਜੀ, ਗੁਰੂ ਸਾਹਿਬ ਕੋਲੇ, ਸਾਡੇ ਕੋਲੇ ਇਹੋ ਜਿਹਾ ਕੁਛ ਹੈਗਾ ਤੇ ਜੀ, ਦਿਖਾਉਂਦੇ ਨਹੀਂ, ਤੇ ਨਾਲੇ ਦਿਖਾਈ ਜਾਂਦੇ ਆ, ਹਰ ਪੈਰ 'ਤੇ ਦਿਖਾਉਂਦੇ ਆ। ਗੁਰੂ ਦੀ ਸ਼ਖਸੀਅਤ ਜਿਹੜੀ ਵਿਸ਼ਾਲ ਹੈ, ਤੂੰ ਸੁਲਤਾਨ ਕਹਾਂ ਹਉ ਮੀਆਂ, ਉਸ ਬਾਦਸ਼ਾਹ ਨੂੰ ਅਸੀਂ ਮੀਆਂ ਜੀ ਕਹਿੰਦੇ ਹਾਂ। ਭਾਵ ਉਹਨਾਂ ਦੀ ਸ਼ਖਸੀਅਤ ਨੂੰ ਛੋਟੀ ਕਰਦਾ ਨਹੀਂ ਅਸੀਂ ਇਹ ਜਿਹੀਆਂ ਹਰਕਤਾਂ ਕਰਕੇ, ਅਸਲੀਅਤ ਤੋਂ ਕੋਹਾਂ ਦੂਰ। ਹੁਣ ਮੈਂ ਤੁਹਾਨੂੰ ਦੱਸਾਂ ਭੱਠਾ ਠੰਡਾ ਕਿਵੇਂ ਹੋਇਆ ਸੀ। ਹੋਇਆ ਠੰਡਾ, ਹੋਇਆ ਕਿਵੇਂ ਹੈ? ਹੁਣ ਨਿਗਾਹ ਮਾਰ ਲਓ, ਸਿਆਲਾਂ ਦੀਆਂ ਰਾਤਾਂ ਨੇ, ਰਜਾਈ 'ਚੋਂ ਹੱਥ ਬਾਹਰ ਕੱਢਣਾ ਔਖਾ ਹੋ ਜਾਂਦਾ ਆਪਾਂ ਨੂੰ। ਦੂਜਾ, ਭੁੱਖੇ ਪੇਟ ਨੇ, ਖਾਣ ਨੂੰ ਬਹੁਤਾ ਕੁਛ ਨਹੀਂ ਮਿਲਿਆ, ਤਿਲ ਫੁੱਲੇ ਮਿਲੇ, ਛੋਲੇ, ਮੁੱਠੀ ਛੋਲਿਆਂ 'ਤੇ ਗੁਜ਼ਾਰਾ ਚੱਲ ਰਿਹਾ। ਬਾਰਿਸ਼ ਤੇ ਠੱਕਾ ਚੱਲ ਰਿਹਾ, ਜਿਹਨੂੰ ਤੇਜ਼ ਹਵਾ ਤੇ ਠੰਡੀ ਹਵਾ ਆਪਾਂ ਕਹਿੰਦੇ ਹਾਂ।
ਦੂਜਾ ਫਿਰ ਨਦੀ ਚੋਂ ਨਿਕਲ ਕੇ ਗਏ ਨੇ, ਸੁੱਕੇ ਗਏ ਨੇ ਉਹ। ਸੋਚ ਕੇ ਦੇਖਿਓ, ਸਰੀਰ ਨੀਲਾ ਹੋ ਜਾਂਦਾ ਜਦੋਂ ਇਹ ਜੀ ਠੰਡ ਵੇਦੀ ਲੰਘਦੇ ਆ। ਉਹ ਇੰਨੇ ਠੰਡੇ ਸਰੀਰ ਨੇ, ਘੋੜੇ ਵੀ ਠਰ ਚੁੱਕੇ ਨੇ। ਉਹ ਤਾਂ ਇਹ ਇਤਿਹਾਸਕਾਰ ਨੇ ਜੋ ਵੀ ਲਿਖਿਆ, ਇਹ ਲਿਖਿਆ ਕਿ ਉਹ ਭੱਠੇ ਦੀ ਗਰਮੀ ਵੀ ਉਹਨਾਂ ਦੀ ਠੰਡ ਨਹੀਂ ਲਾ ਸਕੀ। ਸਮਝ ਲਓ ਭੱਠਾ ਵੀ ਠੰਡਾ ਹੋ ਗਿਆ ਉਹਨਾਂ ਦੇ ਸਰੀਰਾਂ ਸਾਹਮਣੇ। ਇੰਨੀ ਕੁ ਜ਼ਿਆਦਾ ਉਹਨਾਂ ਦੇ ਸਰੀਰ ਦੇ ਵਿੱਚ ਠੰਡ ਬੜੀ ਹੋਈ ਸੀ। ਉਹ ਭੱਠੇ ਨੇ ਮਸਾਂ ਜਾ ਕੇ ਕਿਤੇ ਉਹਨਾਂ ਨੂੰ ਨਿੱਘਾ ਕੀਤਾ। ਅਸਲੀਅਤ ਗੱਲ ਇਹ ਸੀ, ਪਰ ਨਾ ਅਸੀਂ ਭੱਠਾ ਠੰਡਾ ਕਰਤਾ। ਸੋ ਖੈਰ ਅੱਗੇ ਤੁਰਦੇ ਹਾਂ ਆਪਾਂ। ਅੱਗੇ ਜਦੋਂ ਗਏ ਨੇ, ਕਹਿੰਦੇ ਰੋਪੜ ਦੇ ਪਠਾਨ ਰਾਹ ਰੋਕੀ ਖੜੇ ਤੇ। ਹੁਣ ਜਿਹੜੇ ਲੱਖਾਂ ਦੇ ਮੁਲਖਈਏ ਤੋਂ ਨਹੀਂ ਰੁਕੇ, ਉਹ ਇਹਨਾਂ ਢਾਈ ਟੋਟਰੂਆਂ ਤੋਂ ਕੀ ਰੁਕਣੇ ਤੇ। ਗੁਰਦੇਵ ਪਾਤਸ਼ਾਹ ਨੇ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਸਿੰਘਾਂ ਨੂੰ ਹੁਕਮ ਕੀਤਾ ਕਿ ਅੱਗੇ ਵੱਧਦੇ ਜਾਓ। ਸੋ ਉਹਨੇ ਜੁਰਤ ਨਹੀਂ ਕੀਤੀ ਹੱਥ ਪਾਉਣ ਦੀ, ਕੋਸ਼ਿਸ਼ ਕੀਤੀ ਪਰ ਹਿੰਮਤ ਨਹੀਂ ਪਈ। ਤੇ ਅੱਗੇ ਗੁਰਦੇਵ ਪਾਤਸ਼ਾਹ ਚਮਕੌਰ ਪਹੁੰਚੇ ਨੇ। ਚਮਕੌਰ ਦੁਨੀਆ ਦੀ ਲਾਸਾਨੀ ਜੰਗ ਹੋਈ ਹੈ, ਜਿੱਥੇ ਵਰਲਡ ਦੀ। ਜੇ ਕਿਤੇ ਨਾ ਚੀਜ਼ਾਂ ਨੂੰ ਦੁਨੀਆ ਦੇ ਸਾਹਮਣੇ ਰੱਖੀਏ, ਭਾਵੇਂ ਕਿ ਦੁਨੀਆ ਨੂੰ ਤਾਂ ਅੱਜ ਪਤਾ ਲੱਗ ਰਿਹਾ, ਸਾਡੇ ਵਾਲਿਆਂ ਨੂੰ ਨਹੀਂ ਬਹੁਤਾ ਪਤਾ। ਸਾਨੂੰ ਉਹਨਾਂ ਚੀਜ਼ਾਂ ਦਾ ਹੀ ਨਹੀਂ ਪਤਾ ਕਿ ਕਿਸ ਢੰਗ ਦੇ ਨਾਲ ਕੀ ਹੋਇਆ। ਕੀ ਅਸੀਂ, ਹੈਰਾਨੀ ਦੀ ਗੱਲ ਹੈ ਕਿ ਐਡੀ ਵੱਡੀ ਦੁਨੀਆ ਦੀ ਅਸਾਮੀ ਜੰਗ ਹੋਈ ਹੋਵੇ ਤੇ ਅਸੀਂ ਲੋਕਾਂ ਨੂੰ ਦੱਸ ਨਹੀਂ ਸਕੇ। ਅਸੀਂ ਤਾਂ ਆਪਣੇ ਯੋਧਿਆਂ ਜਰਨੈਲਾਂ ਬਾਰੇ ਨਹੀਂ ਦੱਸ ਸਕੇ। ਦੁਨੀਆ ਤਾਂ ਸਾਨੂੰ ਦੱਸ ਰਹੀ ਹੈ ਕਿ ਤੁਹਾਡਾ ਨਲਵਾ ਸਰਦਾਰ ਭਾਈ ਦੁਨੀਆ ਦਾ ਸਰਬੋਤਮ ਜਰਨੈਲ ਹੈ। ਇਹ ਅਸੀਂ ਨਹੀਂ ਦੱਸਿਆ, ਲੋਕਾਂ ਨੇ ਸਾਨੂੰ ਦੱਸਿਆ। ਪਿਛਲੇ 500 ਸਾਲਾਂ ਦੇ ਇਤਿਹਾਸ 'ਚ, 5 ਸਦੀਆਂ ਦੇ ਇਤਿਹਾਸ 'ਚ ਸਭ ਤੋਂ ਸਫਲ ਸ਼ਾਸਕ ਕੌਣ ਹੈ? ਉਹ ਮਹਾਰਾਜਾ ਰਣਜੀਤ ਸਿੰਘ ਹੈ। ਇਹ ਦੁਨੀਆ ਨੇ ਸਾਨੂੰ ਦੱਸਿਆ, ਸਾਨੂੰ ਨਹੀਂ ਪਤਾ। ਕਿਉਂ? ਕਿਉਂਕਿ ਆਪਾਂ ਆਪਣਾ ਇਤਿਹਾਸ ਨਾ ਸਮਝਿਆ, ਨਾ ਸਾਨੂੰ ਸਮਝਾਇਆ ਗਿਆ। ਕਸੂਰ ਸੁਣਨ ਵਾਲਿਆਂ ਦਾ ਨਹੀਂ, ਕਸੂਰ ਤਾਂ ਸੁਣਾਉਣ ਵਾਲਿਆਂ ਦਾ ਜਾਂ ਲਿਖਣ ਵਾਲਿਆਂ ਦਾ ਨਾ, ਜਿਨ੍ਹਾਂ ਨੇ ਉਹ ਗੱਲਾਂ ਹੀ ਨਹੀਂ ਦੱਸੀਆਂ ਕਿ ਅਸੀਂ ਕੌਣ ਆ, ਸਾਡਾ ਵਿਰਸਾ ਕੀ ਹੈ, ਅਸੀਂ ਪੁੱਤ ਕਿਹਦੇ ਹਾਂ। ਮੈਂ ਇੱਥੇ ਛੋਟੀ ਜਿਹੀ ਗੱਲ ਸਾਂਝੀ ਕਰਨ ਲੱਗਿਆ, ਭਾਵੇਂ ਕਿ ਇਤਿਹਾਸ ਤੋਂ ਮੈਂ ਅੱਗੇ ਜਾ ਰਿਹਾ ਕਿਉਂਕਿ ਫਿਰ ਉੱਧਰ ਜਾਣਾ ਹੀ ਹੈ। ਨਾਦਰ ਆਜੜੀਆਂ ਦਾ ਮੁੰਡਾ ਸੀ, ਨਾਦਰ ਸ਼ਾਹ ਈਰਾਨੀ, ਜਿਹੜਾ ਨੇ ਹਿੰਦੁਸਤਾਨ ਨੂੰ ਤਬਾਹ ਕੀਤਾ। ਆਜੜੀ ਦਾ ਮੁੰਡਾ ਸੀ, ਬੱਕਰੀਆਂ ਚਾਰਦਾ ਸੀ, ਖਾਨਦਾਨੀ ਨਹੀਂ ਸੀ ਰਾਜਾ। ਉੱਥੋਂ ਅੱਗੇ ਚੱਲ ਕੇ ਬਾਦਸ਼ਾਹ ਬਣਿਆ। ਇਹ ਆਪਾਂ ਅੱਗੇ ਵਰਤਾਂਤ ਕਰਾਂਗੇ। ਜਦੋਂ ਦਿੱਲੀ ਫਤਿਹ ਕੀਤੀ, ਇਹਦਾ ਮੁੰਡਾ ਵੀ ਨਾਲ ਸੀ, ਤਾਂ ਉੱਥੋਂ ਦੀਆਂ ਰਾਜਕੁਮਾਰੀਆਂ ਇਹਨਾਂ ਨੇ ਕੈਦੀ ਵੀ ਬਣਾਈਆਂ। ਉਹਨਾਂ ਨਾਲ ਰਾਸਲੀਲਾ ਕਰਦੇ ਨੇ। ਤਾਂ ਇਹਦੇ ਮੁੰਡੇ ਨੂੰ ਨਾ ਕੁੜੀਆਂ ਨੇ ਮਜ਼ਾਕ ਕੀਤਾ, ਇਹਦੇ ਬੇਟੇ ਨੂੰ। ਕਹਿੰਦੀਆਂ ਤੇਰਾ ਖਾਨਦਾਨ ਭਲਾ ਕੀ ਹੈ, ਤੁਹਾਡੀ ਵੰਸ਼ ਕੀ ਹੈ। ਇਹ ਬਹੁਤ ਹਾਸੇ ਦੇ ਵਿੱਚ ਕਈ ਵਾਰੀ ਬੰਦੇ ਨਾ, ਬਹੁਤ ਐਂ ਕਹਿ ਲਓ ਵੀ ਬੰਦੇ ਜਿਹੜੇ ਵਿਗੜੇ ਹੋਏ ਹੁੰਦੇ ਨੇ, ਉਹ ਕਰਦੇ ਮਜ਼ਾਕ ਹੁੰਦੇ ਨੇ, ਪਰ ਮਜ਼ਾਕ ਤੁਹਾਡੀ ਇਨਸਲਟ ਕਰਦੇ ਨੇ। ਕਿਉਂਕਿ ਮਜ਼ਾਕ ਕਰਨ ਦਾ ਢੰਗ ਹੁੰਦਾ, ਇਨਸਲਟ ਸ਼ੁਰੂ ਉਹਦੇ ਵਿੱਚ ਛੁਪੀ ਹੋਈ ਹੈ। ਉਹ ਸੱਚਮੁੱਚ ਹੱਸਣ ਖੇਡਣ ਦੀ ਗੱਲ ਹੈ। ਦੋ ਤਰ੍ਹਾਂ ਦਾ ਮਜ਼ਾਕ ਹੁੰਦਾ, ਇੱਕ ਤਾਂ ਸਭ ਨੂੰ ਹਸਾ ਕੇ ਹੱਸਣਾ, ਇੱਕ ਕਿਸੇ ਦੇ ਆਪਾਂ ਕਹਿੰਦੇ ਹੱਡ ਤੇ ਮਾਰ ਕੇ ਹੱਸਣਾ। ਇਹ ਉਹਦੇ ਹੱਡ ਤੇ ਮਾਰੀ ਉਹਨਾਂ ਨੇ ਕਿ ਤੇਰਾ ਖਾਨਦਾਨ ਕੀ ਹੈ। ਕਹਿੰਦੇ ਉਹ ਨਮੋਸ਼ ਮੂੰਹ ਨੀਵਾਂ ਲਮਕਾ ਲਿਆ ਉਹਨੇ, ਕਿਉਂਕਿ ਖਾਨਦਾਨੀ ਨਹੀਂ ਸੀ। ਜਦੋਂ ਨਾਦਰ ਕੋਲੇ ਗਿਆ, ਉਹਨੇ ਦੇਖਿਆ ਵੀ ਮੁੰਡਾ ਕਿਵੇਂ ਗਰਦਨ ਜੀ ਝੁਕਾਈ ਆਉਂਦਾ। ਕਹਿੰਦਾ ਪੁੱਤ ਕੀ ਗੱਲ, ਕੀ ਹੋ ਗਿਆ? ਕਹਿੰਦਾ ਕੁਛ ਨਹੀਂ ਜੀ, ਬਸ ਬੇਇੱਜ਼ਤੀ ਜੀ ਹੋ ਗਈ ਥੋੜ੍ਹੀ ਜੀ। ਉਹ ਕਹਿੰਦਾ ਹੋ ਕਿਵੇਂ ਗਈ? ਕਹਿੰਦਾ ਮੈਨੂੰ ਪੁੱਛ ਰਹੀ ਨੇ ਵੀ ਤੇਰਾ ਖਾਨਦਾਨ ਕੀ ਹੈ। ਕੁੜੀਆਂ ਨੇ ਪੁੱਛਿਆ, ਆਹ ਰਾਜਕੁਮਾਰੀਆਂ ਜਿਹੜੀਆਂ ਆਪਾਂ ਕੈਦ ਕੀਤੀਆਂ ਨੇ, ਤੁਹਾਡਾ ਖਾਨਦਾਨ ਕੀ ਹੈ? ਕਹਿੰਦਾ ਫਿਰ ਘਬਰਾਉਣ ਦੀ ਕੀ ਗੱਲ ਹੈ, ਦੱਸ ਉਹਨਾਂ ਨੂੰ ਕਿ ਨਾਦਰ ਪੁੱਤ ਹੈ ਤਲਵਾਰ ਦਾ ਅਤੇ ਮੈਂ ਪੁੱਤ ਹਾਂ ਨਾਦਰ ਦਾ। ਅਸੀਂ ਤਲਵਾਰ 'ਚੋਂ ਪੈਦਾ ਹੋਏ ਹਾਂ ਅਤੇ ਤੁਹਾਡੇ ਵਾਲੇ ਜਿਹੜੇ ਖਾਨਦਾਨੀ ਰਾਜੇ ਤੇ ਸਿਰ ਝੁਕਾਈ ਖੜ੍ਹੇ ਨੇ ਸਾਡੇ ਪੈਰਾਂ 'ਤੇ। ਉਹਨਾਂ ਦੀਆਂ ਇੱਜ਼ਤਾਂ ਨੱਚਣ ਲਾ ਰੱਖੀਆਂ ਨੇ ਅਸੀਂ ਨੇ। ਸੋ ਉਹਨੇ ਤਾਂ ਇਹ ਗੱਲ ਕੀਤੀ। ਅਤੇ ਆਪਾਂ ਕੌਣ ਆ? ਸਾਡਾ ਬਾਪ ਸੁਲਤਾਨ ਹੈ, ਸੱਚਾ ਪਾਤਸ਼ਾਹ ਹੈ, ਸਰਬੰਸ ਦਾਨੀ ਹੈ, ਸਭ ਤੋਂ ਵੱਡਾ ਦਾਨੀ, ਰਈਸ, ਰਾਜਾ ਜੋਗੀ। ਅਤੇ ਅਸੀਂ ਕਿਉਂ ਘਬਰਾਉਂਦੇ ਹਾਂ? ਇਸ ਆਪਣੇ ਖਾਨਦਾਨ ਨੂੰ ਲੁਕਾਉਂਦੇ ਕਿਉਂ ਆ ਅਸੀਂ? ਸੋ ਆਪਣੇ ਖਾਨਦਾਨ ਤੋਂ ਅਸੀਂ ਮੂੰਹ ਨਾ ਫੇਰੀਏ। ਮਾਣ ਨਾਲ ਦੱਸੋ ਕਿ ਸਾਡਾ ਬਾਪ ਕੌਣ ਹੈ। ਸੋ ਆਪਾਂ ਗੱਲ ਕਰ ਰਹੇ ਸੀ ਉਸ ਦੁਨੀਆ ਦੀ ਲਾਸਾਨੀ ਜੰਗ ਜਿਹੜੀ ਹੋਣੀ ਹੈ। ਤੇ ਗੁਰਦੇਵ ਪਾਤਸ਼ਾਹ ਜੀ ਅੱਜ ਪਹੁੰਚ ਗਏ ਉਸ ਚਮਕੌਰ ਦੀ ਗੜੀ ਦੇ ਵਿੱਚ, ਕਿਉਂਕਿ ਬਾਹਰ ਡੇਰੇ ਲਾਏ ਸੀ ਪਹਿਲਾਂ ਬਾਗ ਦੇ ਵਿੱਚ। ਉੱਥੇ ਉਸ ਜ਼ਿਮੀਂਦਾਰ ਨੇ ਆਖਿਆ ਮਹਾਰਾਜ ਬਾਹਰ ਬੈਠਣ ਨਾਲੋਂ ਉਹ ਕੱਚੀ ਹਵੇਲੀ ਹੈ ਮੇਰੀ, ਥੋੜ੍ਹਾ ਬਹੁਤਾ ਆਸਰਾ ਮਿਲ ਜੂ। ਉਹਨੇ ਡੰਗਰਾਂ ਵਾਸਤੇ ਇੱਕ ਦੂਰ ਪਿੰਡ ਤੋਂ ਬਾਹਰ ਉੱਚਾ ਮਕਾਨ, ਇੱਕ ਉੱਚੀ ਥਾਂ ਦੇ ਉੱਤੇ ਮਕਾਨ ਬਣਾਇਆ ਹੋਇਆ ਸੀ।
ਚੰਗਾ ਰਈਸ ਬੰਦਾ ਸੀ, ਸਰਦਾਪੁਰ ਦਾ ਸੀ, ਹਵੇਲੀ ਬਣਾਈ ਹੋਈ ਸੀ ਜਿਹਦੇ ਆਲੇ ਦੁਆਲੇ ਕੰਧਾਂ ਪੱਕੀਆਂ, ਪੱਕੀਆਂ ਦਾ ਭਾਵ ਉਹਨਾਂ ਵੇਲੇ 'ਚ ਇਹੋ ਜਿਹੀਆਂ ਪੱਕੀਆਂ ਹੁੰਦੀਆਂ ਸੀ। ਤੇ ਗੁਰਦੇਵ ਪਾਤਸ਼ਾਹ ਜੀ ਨੇ ਵੀ ਉੱਥੇ ਜਾ ਕੇ ਆਸਣ ਲਾਏ ਨੇ। ਅੱਜ ਕਹਿੰਦੇ ਉਸ ਜ਼ਿਮੀਂਦਾਰ ਖਾਣਾ ਵੀ ਲੈ ਕੇ ਆਇਆ, ਪ੍ਰਸ਼ਾਦਾ ਲੰਗਰ ਲੈ ਕੇ ਆਇਆ। ਅੱਜ ਕਈ ਪਹਿਰਾਂ ਨਹੀਂ ਬਲਕਿ ਕਈ ਦਿਨਾਂ ਬਾਅਦ ਸਿੰਘਾਂ ਨੇ ਰੱਜਮਾ ਭੋਜਨ ਪ੍ਰਸ਼ਾਦਾ ਛਕਿਆ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਧਿਆਨ ਮਾਰਿਓ, ਸ਼ੁਕਰਾਨਾ ਮੈਂ ਉਦੋਂ ਵੀ ਗੱਲ ਕੀਤੀ ਸੀ। 500 ਚੋਂ 499 ਭੱਜੇ ਸੀ ਉਦਾਸੀ ਸਾਧੂ, ਤੇ ਗੁਰਦੇਵ ਨੇ ਉਹਨਾਂ ਦਾ ਸ਼ਿਕਵਾ ਨਹੀਂ ਕੀਤਾ, ਇੱਕ ਦਾ ਸ਼ੁਕਰਾਨਾ ਕੀਤਾ ਜੀ। ਤੇ ਅੱਜ ਇਹ ਗਿਲਾ ਨਹੀਂ ਕੀਤਾ ਕਿ 6 ਮਹੀਨਿਆਂ ਤੋਂ ਪ੍ਰਸ਼ਾਦਾ ਭੋਜਨ ਨਹੀਂ ਮਿਲਿਆ, ਅੱਜ ਮਿਲਿਆ, ਸ਼ੁਕਰਾਨਾ ਕੀਤਾ। ਪਠਾਨ ਭੱਜ ਗਏ ਸੀ 500, 400 ਭੱਜ ਗਏ, 100 ਰਹਿ ਗਿਆ ਸੀ, ਸ਼ੁਕਰਾਨਾ ਕੀਤਾ। ਪੀਰ ਬੁੱਧੂ ਸ਼ਾਹ ਜੀ ਮੌਕੇ ਤੇ ਆਏ, ਸ਼ੁਕਰਾਨਾ ਕੀਤਾ। ਹਰ ਥਾਂ ਤੇ ਸ਼ੁਕਰਾਨਾ ਹੈ ਗੁਰਦੇਵ ਦਾ, ਸ਼ਿਕਵਾ ਤਾਂ ਹੈ ਹੀ ਨਹੀਂ ਕਿਤੇ। ਕਮਾਲ ਦੀ ਗੱਲ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਤੇ ਉਹ ਸਿੱਖ ਸੀ ਜਿਹੜੇ ਹਰ ਥਾਂ ਦੇ ਉੱਤੇ ਗੁਰਦੇਵ ਪਾਤਸ਼ਾਹ ਜੀ ਦੇ ਇਹੋ ਜਿਹੀ ਸ਼ਖਸੀਅਤ ਦੇ ਨਾਲ ਰਹਿੰਦੇ ਤੇ। ਤੇ ਇੱਥੇ ਕਹਿੰਦੇ ਵੈਰੀਆਂ ਨੇ ਸੂਹ ਕੱਢੀ ਹੈ, ਪਤਾ ਲੱਗਿਆ ਕਿੱਧਰ ਨੂੰ ਗਏ ਨੇ, ਪਤਾ ਕਰਦੇ ਕਰਦੇ ਪਹੁੰਚ ਗਏ ਉਸ ਥਾਂ ਦੇ ਉੱਤੇ, ਉਸ ਹਵੇਲੀ ਨੂੰ ਘੇਰਿਆ। ਕਹਿੰਦੇ ਸਾਰੀ ਰਾਤ ਨਗਾਰਚੀਆਂ ਨੇ ਨਗਾਰਾ ਖੜਕਾਇਆ ਕਿ ਸਿੱਖੋ ਹੁਣ ਤੁਸੀਂ ਅਨੰਦਪੁਰ ਦੇ ਕਿਲੇ 'ਚ ਬਾਗੀ ਨਹੀਂ। ਗੁਰੂ ਨੂੰ ਅਸੀਂ ਇੱਕ ਸਚੇਜੀ ਸਲਾਹ ਦਿੰਦੇ ਹਾਂ ਕਿ ਹਥਿਆਰ ਸੁੱਟ ਕੇ ਆਤਮ ਸਮਰਪਣ ਕਰ ਦਿਓ, ਸਾਡੇ ਹਵਾਲੇ ਕਰ ਦਿਓ, ਅਸੀਂ ਬਾਦਸ਼ਾਹ ਨੂੰ ਕਹਿ ਕੇ ਜਾਨ ਮਾਫੀ ਕਰਾ ਦਾਂਗੇ, ਹੁਣ ਸੁੱਕੇ ਤਾਂ ਬਚ ਨਹੀਂ ਸਕਦੇ। ਦੂਜੇ ਪਾਸਿਓਂ ਫਿਰ ਐਲਾਨ ਆਉਂਦਾ, ਜੇ ਗੁਰੂ ਇਸ ਨੇਕ ਸਲਾਹ ਨੂੰ ਨਹੀਂ ਮੰਨਣਾ ਚਾਹੁੰਦਾ ਤਾਂ ਸਿੱਖਾਂ ਨੂੰ ਚਾਹੀਦਾ ਕਿ ਇਹ ਗੁਰੂ ਦਾ ਸਾਥ ਛੱਡ ਕੇ ਆਪਣਾ ਆਪ ਸਾਡੇ ਹਵਾਲੇ ਕਰਕੇ ਆਪਣੀਆਂ ਕੀਮਤੀ ਜਾਨਾਂ ਬਚਾਓ। ਵਾਅਦਾ ਕਰਦੇ ਹਾਂ ਤੁਹਾਡੇ ਨਾਲ ਕਿ ਤੁਹਾਡੀਆਂ ਜਾਨਾਂ ਸਲਾਮਤ ਰੱਖੀਆਂ ਜਾਣਗੀਆਂ। ਇਹ ਪਾੜੋ ਤੇ ਰਾਜ ਕਰੋ ਦੀ ਨੀਤੀ ਹੈ। ਹੁਣ ਇਹ ਪਾੜੋ ਤੇ ਰਾਜ ਕਰੋ ਦੀ ਨੀਤੀ ਕਿਹਨੇ ਚਲਾਈ ਹੈ? ਸਾਨੂੰ ਕੀ ਪੜ੍ਹਾਇਆ ਜਾਂਦਾ ਹੁਣ ਤੱਕ? ਪਾੜੋ ਤੇ ਰਾਜ ਕਰੋ ਦੀ ਨੀਤੀ ਜੀ ਅੰਗਰੇਜ਼ਾਂ ਨੇ ਬਣਾਈ ਹੈ, ਜਦੋਂ ਕਿ ਨਿਰਾ ਝੂਠ ਹੈ। ਉਹਨਾਂ ਨੇ ਤਾਂ ਅਮਲ ਕੀਤਾ ਇਹਦੇ ਤੇ। ਇਹ ਬਣਾਈ ਹੈ ਚਾਣਕਿਆ ਪੰਡਤ ਨੇ, ਜਿਹਨੂੰ ਕੁਟੱਲਿਆ ਵੀ ਕਿਹਾ ਜਾਂਦਾ। ਚਾਣਕਿਆ ਨੀਤੀ ਦੇ ਵਿੱਚ ਇਹ ਪਾੜੋ ਤੇ ਰਾਜ ਕਰੋ, ਔਰ ਇੱਕ ਨਹੀਂ, ਉਹਨੇ ਤਾਂ 4 ਦਿੱਤੀਆਂ ਨੇ, ਸ਼ਾਮ, ਦਾਮ, ਦੰਡ, ਭੇਦ। 4 ਨੀਤੀਆਂ ਦਿੱਤੀਆਂ ਨੇ ਉਹਨੇ। ਇੱਕ ਤੇ ਅਮਲ ਕਰਕੇ ਅੰਗਰੇਜ਼ਾਂ ਨੂੰ ਇਹਨਾਂ ਨੇ ਬਦਨਾਮ ਕੀਤਾ ਕਿ ਦੇਖੋ ਜੀ ਇਹਨਾਂ ਨੇ ਪਾੜੋ ਤੇ ਰਾਜ ਕਰੋ, ਤੁਸੀਂ ਤਾਂ 4 ਵਰਤੀਆਂ ਨੇ। ਸ਼ਾਮ, ਸ਼ਰਨ ਚ ਲਾਇਆ ਉਹ ਦੁਸ਼ਮਣ ਨੂੰ, ਉਹ ਐਲਾਨ ਕਰ ਰਹੇ ਨਾ ਵੀ ਆਪਣੀ ਸ਼ਰਨ ਚ ਲਾਇਓ, ਕਿਉਂਕਿ ਜਦੋਂ ਤੁਹਾਡੀ ਸ਼ਰਨ ਚ ਆ ਗਿਆ ਤਾਂ ਬੰਦਾ ਖਤਮ ਹੈ, ਉਹਨੇ ਵਿਰੋਧਤਾ ਥੋੜ੍ਹੀ ਕਰਨੀ ਹੈ। ਪਹਿਲਾ ਸ਼ਰਨ, ਜੇ ਨਹੀਂ ਆਉਂਦਾ ਦਾਮ, ਪੈਸਾ, ਰਿਸ਼ਵਤ ਖਰੀਦ ਲਓ ਬੰਦੇ ਨੂੰ, ਕਿਉਂਕਿ ਸਭ ਤੋਂ ਵੱਡੀ ਤਾਕਤ ਪੈਸਾ ਹੈ। ਇਹਦੇ ਨਾਲ ਕੀ ਨਹੀਂ ਖਰੀਦਿਆ ਜਾ ਸਕਦਾ? ਇਹਦੇ ਨਾਲ ਕਲਮਾਂ ਤੱਕ ਖਰੀਦੀਆਂ ਜਾ ਸਕਦੀਆਂ ਨੇ, ਜ਼ੁਬਾਨਾਂ ਤੱਕ ਖਰੀਦੀਆਂ ਜਾ ਸਕਦੀਆਂ ਨੇ। ਇਹਦੇ ਨਾਲ ਮੀਡੀਆ ਸਾਰਾ ਖਰੀਦਿਆ ਜਾ ਸਕਦਾ ਹੈ। ਇਹਦੇ ਨਾਲ ਰਾਜਨੀਤਿਕ ਕੁਰਸੀਆਂ ਖਰੀਦੀਆਂ ਜਾ ਸਕਦੀਆਂ ਨੇ। ਇਹੀ ਦੌਲਤ, ਇਹਦੇ ਨਾਲ ਮਕਾਨ, ਬਿਲਡਿੰਗਾਂ ਖਰੀਦੀਆਂ ਜਾ ਸਕਦੀਆਂ ਨੇ। ਇਹਦੇ ਨਾਲ ਜ਼ਮੀਰ ਖਰੀਦੀ ਜਾ ਸਕਦੀ ਹੈ। ਇਹਦੇ ਨਾਲ ਕੌਮਾਂ ਦੀਆਂ ਕੌਮਾਂ ਖਰੀਦੀਆਂ ਜਾ ਸਕਦੀਆਂ ਨੇ, ਔਰ ਤਬਾਹੀ ਕਰ ਦਿੰਦੇ ਨੇ ਅਗਲੇ ਇਹਦੇ ਸਿਰ 'ਤੇ ਬਹੁਤ ਵੱਡੀ। ਕਿਉਂਕਿ ਗੁਰਦੇਵ ਨੇ ਫੇਰ ਚੱਲਦੇ ਚੱਲਦੇ ਗੱਲ ਯਾਦ ਆ ਗਈ, ਮੈਂ ਅੱਗੇ ਫੇਰ ਵਗ ਜਾਣਾ, ਕਿਉਂਕਿ ਮੈਂ ਕੋਈ ਨੋਟਿਸ ਨਹੀਂ ਬਣਾਏ ਹੋਏ ਵੀ ਕਿਹੜੀ ਚੀਜ਼ ਕਿਵੇਂ ਤਿਆਰ ਕਰਨੀ ਹੈ। ਜੋ ਅੰਦਰ ਆਈ ਜਾਂਦਾ ਉਹ ਚੱਲਦਾ ਰਹਿੰਦਾ। ਜਦੋਂ 6ਵੇਂ ਗੁਰੂ ਨੂੰ ਪੁੱਛਿਆ ਸੀ, ਉਹਨਾਂ ਨੇ ਜਵਾਬ ਦਿੱਤਾ ਸੀ ਦੌਲਤ ਗੁਜਰਾਨ। ਤੇ ਇਹੀ ਸਵਾਲ ਜਦੋਂ 10ਵੇਂ ਪਾਤਸ਼ਾਹ ਨੂੰ ਮੌਲਵੀ ਨੇ ਪੁੱਛਿਆ ਸੀ ਬਹਾਦਰ ਸ਼ਾਹ ਦੇ ਕੋਲੇ ਦਿੱਲੀ, ਕਹਿੰਦੇ ਮਹਾਰਾਜ ਕਰਾਮਾਤ ਦਿਖਾਓ, ਕਰਾਮਾਤ ਦਿਖਾਓ ਜੀ ਕੋਈ। ਤਾਂ ਉਹਨਾਂ ਨੇ, ਮੈਂ ਪਹਿਲੀਆਂ ਕਰਾਮਾਤਾਂ ਨਹੀਂ ਦੱਸਦਾ, ਆਹ ਵੀ ਦੱਸੀ ਸੀ ਦੌਲਤ। ਕਹਿੰਦੇ ਸਭ ਇਹ ਵੀ ਕਰਾਮਾਤ ਹੈ, ਕਿਉਂਕਿ ਇਹਦੇ ਨਾਲ ਸਭ ਕੁਝ ਖਰੀਦਿਆ ਜਾ ਸਕਦਾ ਹੈ। ਇਹਨੂੰ ਵੀ ਕਰਾਮਾਤ ਕਿਹਾ, ਔਰ ਗੱਲ ਸੱਚੀ ਹੈ। ਸੋ ਕਹਿਣ ਦਾ ਮੇਰਾ ਭਾਵ ਹੈ, ਕਹਿਣ ਦਾ ਮੇਰਾ ਇਹ ਭਾਵ ਹੈ ਕਿ ਦੌਲਤ ਦੇ ਨਾਲ ਬਹੁਤ ਕੁਝ ਖਰੀਦਿਆ ਜਾ ਸਕਦਾ ਹੈ। ਤੇ ਉਹਨਾਂ ਨੂੰ ਦਾਮ, ਸ਼ਾਮ, ਦਾਮ। ਤੀਸਰਾ, ਜੇ ਵਿਕੇ ਬਿਨਾ ਸ਼ਰਨ ਚ ਨਾ ਆਵੇ, ਦੰਡ। ਫਿਰ ਸਜ਼ਾ ਦਿਓ, ਤੋੜ ਦਿਓ, ਝੁਕਾ ਦਿਓ, ਟੌਰਚਰ ਕਰੋ, ਮੈਂਟਲੀ ਵੀ, ਮਾਨਸਿਕ, ਸਰੀਰਕ, ਦੋਨੇ ਤਰ੍ਹਾਂ ਦਾ। ਤੇ ਜੇ ਇਹ ਵੀ ਨਾ ਮੰਨੇ, 3 ਪਹਿਲੇ ਨਾ ਚੱਲੇ, ਫਿਰ ਲਾਸਟ ਤੇ ਕੀ ਕਹਿਣਾ? ਭੇਦ। ਫੁੱਟ ਪਾਓ ਤੇ ਰਾਜ ਕਰੋ। ਇਹ ਸਭ ਤੋਂ ਮਾਰੂ ਹਥਿਆਰ ਹੈ। ਵੈਸੇ ਤਾਂ ਸਾਰੇ ਮਾਰੂ ਨੇ, ਜਿਹੜਾ ਚੱਲ ਗਿਆ ਉਹੀ ਮਾਰੂ ਹੈ। ਇਹ ਜ਼ਿਆਦਾ ਕਾਰਗਰ ਹੁੰਦਾ ਹੈ। ਸਾਡੇ 'ਚ
ਮੋਸਟਲੀ ਇਹੀ ਚੱਲੇ ਆ। ਵੈਸੇ ਤਾਂ ਸਾਰੇ ਹੀ ਚੱਲੇ ਨੇ, ਇਹ ਸਭ ਤੋਂ ਵੱਡਾ ਤੇ ਮਾਰੂ ਹਥਿਆਰ ਹੈ। ਅੱਜ ਤੱਕ ਵੀ ਉਸੇ ਤਰ੍ਹਾਂ ਚੱਲ ਰਿਹਾ, ਪਰ ਅਸੀਂ ਸੰਭਲ ਨਹੀਂ ਸਕੇ। ਖੈਰ, ਸੋ ਉਹਨਾਂ ਨੇ ਨਗਾਰਚੀ ਨੇ ਢੋਲ ਖੜਕਾਏ, ਭੇਰੀਆਂ ਖੜਕਾਈਆਂ ਤੇ ਰੌਲਾ ਪਾਇਆ ਉੱਚੀ ਕਿ ਸਿੱਖੋ ਹਲੇ ਵੀ ਮੰਨ ਲਓ ਸਾਡੀ ਸਲਾਹ। ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਚੁੱਕਿਆ ਸੀ ਵੀ ਸਾਰੇ ਸਿੰਘ ਮਾਰੇ ਜਾ ਚੁੱਕੇ ਨੇ, ਗੁਰੂ ਨਾਲ 5-4 ਸਿੰਘੇ ਨੇ, ਬਹੁਤੇ ਨਹੀਂ। ਸੋ ਕਿੰਨਾ ਕੁ ਚਿਰ ਬਹਿਣਗੇ। ਰਾਤ ਨੂੰ ਘੇਰਾ ਉਹਨਾਂ ਨੇ ਬਾਹਰ ਪੱਕਾ ਰੱਖਿਆ। ਤੇ ਅੰਦਰ ਦੀ ਜੋ ਬਿਰਤਾਂਤ ਹੈ, ਕਵੀ ਅੱਲਾ ਯਾਰ ਖਾਂ ਜੋਗੀ ਬਾ ਕਮਾਲ ਲਿਖਦਾ ਹੈ। ਜੀ ਕਰਦਾ ਤੁਹਾਡੇ ਨਾਲ ਸਾਂਝ ਕਰਨ ਨੂੰ। ਹੈ ਤਾਂ ਬਹੁਤ ਵੱਡੀ ਰਚਨਾ, ਪਰ ਮੈਂ ਕੁਛ ਜ਼ਰੂਰ ਸਾਂਝ ਕਰੂੰਗਾ, ਕਿਉਂਕਿ ਇੱਕ ਉਹ ਕਵੀ ਹੈ ਜਿਹਨੂੰ ਨੈਸ਼ਨਲ ਪੋਇਟ ਦਾ ਖਿਤਾਬ ਮਿਲਿਆ ਆਪਣੇ ਵੱਲੋਂ, ਸ਼੍ਰੋਮਣੀ ਕਮੇਟੀ ਵੱਲੋਂ। ਕਵੀ ਅੱਲਾ ਯਾਰ ਖਾਂ ਜੋਗੀ ਜੀ ਨੇ 2 ਕਿਤਾਬਾਂ ਲਿਖੀਆਂ ਨੇ, ਗੰਜੇ ਸ਼ਹੀਦਾਂ ਤੇ ਸ਼ਹੀਦਾਨੇ ਵਫਾ। ਗੰਜ ਏ ਸ਼ਹੀਦਾਂ, ਸ਼ਹੀਦਾਂ ਦੇ ਗੰਜ ਅੰਬਾਰ, ਸ਼ਹੀਦਾਨੇ ਵਫਾ ਛੋਟੇ ਸਾਹਿਬਜ਼ਾਦਿਆਂ ਦੀ ਹੈ, ਤੇ ਗੰਜੇ ਸ਼ਹੀਦਾਂ ਵੱਡੇ ਸਾਹਿਬਜ਼ਾਦਿਆਂ ਦੀ ਸਾਕ ਹੈ। ਸੋ ਲਿਖਦਾ कि जिस दम हुए चमकौर में सिंगों के उतारे, झुल्लाए हुए शेर थे सब गैज के मारे, आंखों से निकलते थे दलेरों के शरारे, सतगुर के सिवा और गजब नाकते सारे। ਅੱਖਾਂ ਚੋਂ ਕਹਿੰਦੇ ਅੱਗ ਦੇ ਸ਼ੋਲੇ ਨਿਕਲਦੇ ਸੀ। ਕਹਿੰਦੇ ਜਦੋਂ ਦੂਰ ਸੇ ਦਰਿਆ के किनारे नजर आए, डूबे हुए सरसा में प्यारे नजर आए, जे देख के बिगड़े हुए सारे नजर आए, ਬਿਫਰੇ ਹੋਏ ਸਤਿਗੁਰ ਕੇ ਦੁਲਾਰੇ ਨਜ਼ਰ ਆਏ। ਬਿਫਰ ਦਾ ਸ਼ੇਰ ਹੁੰਦਾ, ਮੈਂ ਪਹਿਲਾਂ ਵੀ ਸਾਂਝ ਕੀਤੀ ਸੀ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਇੱਦਾਂ ਦੀਆਂ ਬੋਲੀਆਂ ਨੇ ਪ੍ਰਚਲਿਤ। ਜੇ ਆਪਾਂ ਕਹਿੰਦੇ ਤੂੰ ਭੌਂਕਦਾ, ਤਾਂ ਪਤਾ ਹੈ ਕਿ ਭੌਂਕਦਾ ਕੌਣ ਹੁੰਦਾ ਹੈ? ਕੁੱਤਾ। ਫਲਾਣਾ ਤਾਂ ਵਿਉ ਘੋਲਦਾ ਜਾਂ ਫੰਕਾਰੇ ਮਾਰਦਾ, ਇਹ ਸੱਪ ਹੈ, ਆਪਾਂ ਨੂੰ ਪਤਾ ਲੱਗ ਜਾਂਦਾ। ਸੋ ਬਿਫਰ ਦਾ ਜਿਹੜਾ, ਕਿਉਂਕਿ ਇਹ ਬੋਲੀ ਆਮ ਨਹੀਂ ਪ੍ਰਚੱਲੀ ਜਾਂਦੀ, ਮੈਂ ਤਾਂ ਇਹ ਸਾਂਝ ਕਰ ਰਿਹਾ। ਬਿਫਰ ਦਾ ਸ਼ੇਰ ਹੁੰਦਾ ਹੈ, ਬਿਫਰੇ ਹੋਏ ਸਤਿਗੁਰ ਕੇ ਦੁਲਾਰੇ ਨਜ਼ਰ ਆਏ। ਤੇ ਅੰਦਰ ਕਹਿੰਦੇ ਕਿਲੇ ਦੇ ਵਿੱਚ ਥਾਂ ਥਾਂ ਤੇ ਸਿੰਘ ਬੈਠੇ ਨੇ। ਗੁਰੂ ਪਾਤਸ਼ਾਹ ਅਲੱਗ ਕਮਰੇ 'ਚ ਬਿਰਾਜਮਾਨ ਨੇ, ਤੇ ਇੱਕ ਥਾਂ ਤੇ ਸਿੰਘ ਇਕੱਠੇ ਹੋਏ ਨੇ। ਕੁਛ ਕੁੱਤੇ ਪਹਿਰੇ ਤੇ ਨੇ। ਜਦੋਂ ਸਿੱਖ ਗੁਰੂ ਪਾਤਸ਼ਾਹ ਕਹਿੰਦਾ ਜਬ ਕਿਲਾ ਮੇ ਉਤਰੀ ਸਤਿਗੁਰ ਕੀ ਸਵਾਰੀ, ਜਦੋਂ ਸਿੱਖਾਂ ਕੋਲੇ ਗੁਰਦੇਵ ਪਾਤਸ਼ਾਹ ਜੀ ਆਏ ਨੇ ਘੁੰਮਦੇ ਘਮਾਉਂਦੇ, ਸਾਰਾ ਜਾਇਜ਼ਾ ਲੈ ਕੇ, ਕਿਆ ਕਮਾਲ ਦਾ ਲਿਖਦਾ ਹੈ। ਕਹਿੰਦਾ ਜਬ ਕਿਲਾ ਮੇ ਉਤਰੀ ਸਤਿਗੁਰ ਕੀ ਸਵਾਰੀ, ਵਾਹਿਗੁਰੂ ਕੀ ਫਤਿਹ ਦਲੇरों ने पुकारी, वो हुमा शेरों का वो आवाज़ थी भारी, थर्रा गया चमकौर हुआ जलजला तारी। ਕਹਿੰਦਾ ਜਦੋਂ 40-45 ਸਿੰਘਾਂ ਨੇ ਫਤਿਹ ਦਾ ਜਕਾਰਾ ਲਾਇਆ ਨਾ, ਫਤਿਹ ਗਜਾਈ ਆ ਗੁਰਦੇਵ ਨੂੰ ਦੇਖ ਕੇ, ਇੱਕ ਵਾਰੀ ਅਸਮਾਨ ਵੀ ਕੰਬ ਉੱਠਿਆ, ਖੁਦਾਈ ਵੀ ਹੈਰਾਨ ਹੋ ਗਈ, ਅਸਮਾਨ ਕੰਬਣੀ ਛਿੜ ਗਈ, ਚਮਕੌਰ ਦੀਆਂ ਜਿਵੇਂ ਕੰਧਾਂ ਹਿੱਲ ਗਈਆਂ ਹੁੰਦੀਆਂ ਨੇ। ਇਹ ਬਿਆਨ ਕਰਦਾ ਹੈ। ਸੋ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਸ ਗੜੀ ਦੇ ਵਿੱਚ ਘੁੰਮ ਕੇ ਫਿਰਨ ਲੱਗੇ, ਕਿ ਗੜੀ ਨੂੰ ਦੇਖਣ ਲੱਗੇ, ਇੱਕ ਇੱਕ ਕੰਧ ਨੂੰ ਬੜੇ ਗੌਰ ਨਾਲ ਦੇਖਦੇ ਨੇ। ਕਵੀ ਨੇ ਬੜਾ ਕਮਾਲ ਦਾ ਲਿਖਿਆ। ਕਹਿੰਦਾ ਹਜ਼ੂਰ ਕਹਿ ਰਹੇ ਨੇ, ਜਿਸ ਖਿੱਤੇ में हम कहते थे आना ये वही है, जिस खित्ते में हम कहते थे आना ये वही है, जिस जहाँ पे बच्चों को कटाना ये वही है, कल लुट के जिस जगह से जाना ये वही है, मट्टी कह देती है ठिकाना ये वही है, करतार से कहते थे गोया रूबरू होकर, कल जाऊंगा चमकौर से मैं सुरखरू होकर। बहुत ही ਤੁਹਾਨੂੰ ਦੱਸਿਆ ਵੀ ਕਮਾਲ ਦੀਆਂ ਗੱਲਾਂ ਲਿਖਦਾ ਹੈ। ਕਹਿੰਦਾ इंसाफ गर करे जमाना तो यकीन है, कह दे गुरु गोबिंद का कोई सानी ही नहीं है, करतार की सौगंध है व नानक की कसम है। कहना मैनू सौं लगे रब दी, मैनू सौं लगे गुरु नानक दी। करतार की सौगंध है व नानक की कसम है, जितनी भी हो तारीफ गोविंद की वो कम है। हर चंद मेरे हाथ में पुरजोर कलम है, सतगुर के लिखूं वसफ कहाँ ताबे रकम है। एक आंख से क्या बुलबुला कुल बहर को देखे। कहना एक अख नाल एक बुलबुला समुंदर की किहड़ी किहड़ी चीज़ नूं देख सकता है। एक आंख से क्या बुलबुला कुल बहर को देखे, साहिल को मंझधार को या लहर को देखे। किहड़ियां किहड़ियां चीज़ां, किहड़ी किहड़ी सिफत करा मैं गुरदेव दी, की दसां तुहानूं। ਤੇ ਉਧਰ ਬੈਰੀ ਵੀ ਪਹੁੰਚਿਆ ਹੋਇਆ।
ਕਹਿੰਦਾ ਇਹ ਥਾਂ ਹੈ ਜਿੱਥੇ ਪਰਮਾਤਮਾ ਨੇ ਅੱਜ ਸਿੱਖੀ ਨੂੰ ਜਿੱਥੇ ਅਜਮਾ ਬਣਾ ਹੈ। ਇਹ ਥਾਂ ਹੈ ਅਕਾਲ ਦੇ ਦਾਸ ਜਿੱਥੇ 1.25 ਲੱਖ ਨਾਲ ਇੱਕ ਲੜਾ ਬਣਾ ਹੈ। ਇਹ ਥਾਂ ਹੈ ਅਜੀਤ ਜੁਝਾਰ ਜਿੱਥੇ ਹੋਲੀ ਖੂਨ ਦੀ ਖੇਡ ਕੇ ਜਾ ਬਣਾ ਹੈ। ਇਹ ਥਾਂ ਹੈ ਮਾਰ ਕੇ ਦੁਸ਼ਮਣਾਂ ਝੰਡਾ ਪੰਥ ਦਾ ਜਿੱਥੇ ਚਲਾ ਬਣਾ ਹੈ। ਪੁੱਤਰ ਵਾਰ ਕਰਤਾਰ ਦੇ ਖਾਲਸੇ ਤੋਂ ਫਿਰ ਧਰਮ ਦਾ ਪਿਤਾ ਸਦਾ ਬਣਾ ਹੈ। ਇਹ ਥਾਂ ਹੈ ਜਿੱਥੋਂ ਦੀ ਧੂੜ ਪਰਸਣ ਸਦਾ ਸੀਤਲਾ ਦਿਉਤਿਆਂ ਆ ਬਣਾ ਹੈ। ਇਹ ਸੀਤਲ ਜੀ ਨੇ ਲਿਖਿਆ। ਹੁਣ ਇੱਕ ਪਾਸੇ 40 ਤੇ ਇੱਕ ਪਾਸੇ ਲੱਖਾਂ ਦੀ ਤਾਦਾਦ ਗੁਰਸ ਕਨਾ ਕਿ ਚਾਰੇ ਕੁਨਦ ਚਹਿਲ ਨਰ ਕਿ 10 ਲੱਖ ਬਰਾਇਦ ਬਰੋ ਬੇਖਬਰ ਜ਼ਫਰਨਾਮਾ। ਹੁਣ ਇਹ ਗਿਣਤੀ ਕੋਈ ਗਿਣ ਕੇ ਨਹੀਂ ਲਿਖੀ ਹੋਈ, ਇਹ ਅਟੇ ਸਟੇ ਹੈ। ਲੱਖਾਂ ਤੋਂ ਵੱਧ ਵੀ ਹੋ ਸਕਦੀ ਹੈ, 10 ਲੱਖ ਤੋਂ ਵੱਧ ਵੀ ਹੋ ਸਕਦੀ ਹੈ, 10 ਲੱਖ ਤੋਂ ਘੱਟ ਵੀ ਹੋ ਸਕਦੀ ਹੈ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ, ਆਪਾਂ ਕਹਿੰਦੇ ਨਾ ਤੇਰੇ ਅੱਗੇ 20 ਤੁਰੇ ਫਿਰਦੇ ਨੇ, ਉਹ 20 19 ਵੀ ਹੋ ਸਕਦੇ ਨੇ, 21 ਵੀ ਹੋ ਸਕਦੇ ਨੇ, 2-4 ਵੀ ਹੋ ਸਕਦੇ ਨੇ, 200 ਵੀ ਹੋ ਸਕਦੇ ਨੇ। ਤਾਂ ਅੰਦਰ ਵੀ ਜਿਹੜਾ ਲਿਖਿਆ ਕਿ 40 ਕੁਨਦ ਚਹਿਲ ਨਰ, ਅੰਦਰ ਵੀ 40 ਨਹੀਂ ਬਲਕਿ 44 ਨੇ। ਸੋ ਇਹ ਅਟੇ ਸਟੇ ਗਿਣਤੀ ਹੁੰਦੀ ਹੈ। ਕਈ ਤਾਂ ਇਸੇ ਚੀਜ਼ ਦੇ ਪਿੱਛੇ ਪੈ ਜਾਂਦੇ ਨੇ ਵੀ ਗਿਣਤੀ ਦੱਸੋ ਜੀ ਕਿੰਨੀ ਦੀ। ਉਹ ਜੁਰਤ ਔਰ ਬਹਾਦਰੀ, ਉਹ ਸੂਰਮਤਾ ਹੀ ਨਹੀਂ ਦੇਖਦੇ, ਉਹ ਬਸ ਇੱਥੇ ਖੜੇ ਨੇ ਕਿਉਂਕਿ ਉਹਨਾਂ ਦੀ ਸੋਚ ਇੱਥੇ ਖੜੀ ਹੈ। ਉਹ ਜਿਹੋ ਜਿਹੇ ਆਪ ਨੇ, ਉਹਨਾਂ ਦਾ ਮਨ ਹੀ ਨਹੀਂ ਮੰਨਦਾ ਵੀ, ਕਿਉਂਕਿ ਸਾਡੇ ਵਰਗਿਆਂ ਦਾ ਡਰਪੋਕਾਂ ਦਾ ਮਨ ਇੰਨਾ ਨਹੀਂ, ਅਸੀਂ ਤਾਂ ਇੱਕ ਬੰਦੇ ਦਾ ਟਾਕਰਾ ਨਹੀਂ ਕਰ ਸਕਦੇ। ਤਾਂ ਆਪਦੇ ਅਕੋਰਡਿੰਗਲੀ ਅਸੀਂ ਸੋਚਦੇ ਹਾਂ ਵੀ ਲੈ ਐਂ ਕਿਵੇਂ ਹੋ ਜੂ, ਐਂ ਹੋ ਹੀ ਨਹੀਂ ਸਕਦਾ, ਕਿਵੇਂ ਟਾਕਰਾ ਕਰ ਲੈਣਗੇ। ਉਹ ਦੁਨੀ ਚੰਦ ਦੀ ਸੋਚ ਹੈ। ਜਿਹੜਾ ਦੁਨੀ ਚੰਦ ਕਹਿੰਦਾ ਸੀ ਨਾ ਵੀ ਹਾਥੀ ਦਾ ਟਾਕਰਾ ਜੀ ਬੰਦਾ ਕਿਵੇਂ ਕਰ ਲੂ। ਤੇ ਦੂਜੀ ਸੋਚ ਬਚਿੱਤਰ ਸਿੰਘ ਵਾਲੀ ਹੈ, ਜਿਹੜਾ ਕਹਿੰਦਾ ਮਹਾਰਾਜ ਹੁਕਮ ਕਰੋ, ਤੁਹਾਡਾ ਹੱਥ ਸਿਰ ਤੇ ਹੋਵੇ, ਇੱਕ ਹਾਥੀ ਕੀ ਚਾਹੇ 10 ਆ ਜਾਣ। ਉਹ ਭਰੋਸਾ ਹੈ, ਉਹ ਗੁਰੂ ਤੇ ਵਿਸ਼ਵਾਸ ਹੈ, ਉਹ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਉੱਦਾਂ ਢਾਲਿਆ ਹੋਇਆ। ਸੋ ਇੱਥੇ ਵੀ ਗੁਰਦੇਵ ਪਾਤਸ਼ਾਹ ਜੀ ਨੂੰ ਜਦੋਂ ਘੇਰਾ ਪਿਆ, ਹੁਣ ਨਿਗਾਹ ਮਾਰੀਏ ਇਤਿਹਾਸ ਤੇ ਆ ਜਾਓ ਮਾੜਾ ਜਿਹਾ। 712 ਈਸਵੀ ਵਿੱਚ ਇੱਕ ਜਰਵਾਣਾ ਚੜ੍ਹ ਕੇ ਆਉਂਦਾ ਹਿੰਦੁਸਤਾਨ ਤੇ, ਉਹੀ ਦਰੇ ਖੈਬਰ ਵੱਲੋਂ, ਜਿਹੜਾ ਹਰੀ ਸਿੰਘ ਨਲਵੇ ਨੇ ਉਹ ਰਾਹ ਪੱਕਾ ਬੰਦ ਕਰਿਆ ਨਾ। ਯਾਦ ਹਿੰਦੁਸਤਾਨ ਤੇ ਜਿੰਨੇ ਹਮਲੇ ਹੋਏ ਨੇ ਦਰਾ ਖੈਬਰ ਤੋਂ ਦੀ ਹੋਏ ਨੇ, ਸਿਰਫ ਅੰਗਰੇਜ਼ ਬਾਹਰੋਂ ਆਏ ਨੇ ਕਿਉਂਕਿ ਸਮੁੰਦਰੀ ਰਾਹ ਆ ਗਏ। ਉਹ ਪਹਾੜਾਂ ਦੇ ਵਿੱਚ ਰਾਹ ਹੈ ਦਰਾ, ਜਿਹਨੂੰ ਰਸਤਾ ਕਹਿ ਦਿੰਦੇ ਆ। 4 ਦੜੇ ਨੇ, ਦਰਾ ਖੈਬਰ ਸਭ ਤੋਂ ਮਸ਼ਹੂਰ ਹੈ, ਗੋਮਲ ਬੁਲਾਨ ਤੇ ਡਾਚੀ। ਤੇ ਇੱਕ ਸਭ ਤੋਂ ਮਸ਼ਹੂਰ ਹੈ ਜਿਹੜਾ ਦਰਾ ਖੈਬਰ ਹੈ, ਜਿੱਥੋਂ ਦੀ ਹਮਲਾਵਰ ਆਉਂਦੇ ਸੀ, ਸੌਖਾ ਹੈ ਆਉਣਾ ਤੇ ਰਸਤਾ ਵਧੀਆ। ਇਹਨੂੰ ਇਹ ਬੰਦ ਕੀਤਾ ਸੀ, 21 ਪਿੰਡ ਵਸਾਏ ਤੇ ਉੱਥੇ। ਇਹ ਅੱਗੇ ਗੱਲ ਸਾਂਝ ਕਰਾਂਗੇ ਆਪਾਂ। ਉਹ ਜਰਵਾਣਾ ਚੜ੍ਹ ਕੇ ਆਇਆ, ਮੁਹੰਮਦ ਬਿਨ ਕਾਸਮ ਉਹਦਾ ਨਾਮ ਸੀ। ਬੰਦੇ ਪਤਾ ਉਹਦੇ ਨਾਲ ਕਿੰਨੇ? ਸਿਰਫ 5000 ਬੰਦੇ ਲੈ ਕੇ ਆਇਆ। ਆ ਲੱਖਾਂ ਕਰੋੜਾਂ ਦੀ ਆਬਾਦੀ ਵਾਲਾ ਦੇਸ਼ ਸਿਰ ਝੁਕਾ ਕੇ ਭੇਡਾਂ ਵਾਂਗੂ ਮੂਹਰੇ ਖੜ ਗਿਆ। ਆ ਕੇ ਸਾਰਾ ਲੁੱਟਿਆ ਜਿੰਨਾ ਲੁੱਟ ਸਕਦਾ ਸੀ, ਕਿਉਂਕਿ ਲੁੱਟਦਾ ਹੀ ਥੱਕ ਗਿਆ। ਉਹ ਲੁੱਟ ਨਹੀਂ ਖਤਮ ਹੋਈ, ਉਹੀ ਥੱਕ ਗਿਆ। ਰਾਜੇ ਮਹਾਰਾਜੇ ਜਿਹਦੇ ਸਾਹਮਣੇ ਜਾਂਦਾ ਸੀ ਸਿਰ ਝੁਕਾ ਦਿੰਦੇ ਤੇ, ਨੀਵੀਆਂ ਪਾ ਕੇ ਖੜ ਜਾਂਦੇ ਤੇ। ਜਿਵੇਂ ਮਹਿਮੂਦ ਗਜ਼ਨ ਵੀ ਜਦੋਂ ਆਇਆ ਨਾ, ਜਿਹੜੇ ਕੋਲੇ ਜਾਂਦਾ ਸੀ ਉਹ ਅੱਗੇ ਲੁੱਟਣ ਜਾ ਰਿਹਾ ਸੀ ਮੰਦਰ ਨੂੰ, ਜਗਨਨਾਥ ਦੇ ਨੂੰ, ਸੋਮਨਾਥ ਦੇ ਮੰਦਰ ਨੂੰ ਲੁੱਟਣ ਜਾ ਰਿਹਾ ਸੀ। ਤੇ ਰਾਜੇ, ਕਿਉਂਕਿ ਇੱਥੋਂ ਦੇ ਪੁਜਾਰੀਆਂ ਨੇ ਕਿਹਾ ਹੋਇਆ ਸੀ ਵੀ ਜੇ ਮੰਦਰ ਜਾ ਰਿਹਾ ਜੀ ਬਾਬਾ ਜੀ ਨੇ ਆਪੇ ਖਤਮ ਕਰ ਦੇਣਾ, ਦੇਵਤੇ ਨੇ ਖਤਮ ਕਰ ਦੇਣਾ। ਉਹ ਰਾਜੇ ਇਸੇ ਚੀਜ਼ ਖੁਸ਼ ਹੋਏਂਗੇ ਵੀ ਲਓ ਜੀ ਸਾਨੂੰ ਲੁੱਟ ਕੇ ਜਾ ਅੱਗੇ, ਤੈਨੂੰ ਲੱਗੂ ਅੱਗੇ ਪਤਾ। ਆਹੀ ਮੰਚ ਧਾਰਨਾ ਬਣਾਈ ਹੋਈ, ਸਾਰਾ ਕੁਝ ਲੁੱਟ ਕੇ ਨਜ਼ਰਾਨੇ ਦੇਖਿਓ ਸਿੱਧਾ ਜਾਏਂਗੇ। ਉੱਥੇ ਕਮਾਲ ਦੀ ਟੈਕਨੀਕ ਕਹਿੰਦੇ ਕੀਤੀ ਹੋਈ ਸੀ ਉਹਨਾਂ ਨੇ। ਭਗਵਾਨ ਦੀ ਜਿਹੜੀ ਮੂਰਤੀ ਸੀ ਹਵਾ 'ਚ ਸੀ। ਉਹਨਾਂ ਵੇਲਿਆਂ 'ਚ ਸਾਇੰਸ ਦਾ ਇੱਕ ਲਾਮਿਸਾਲ ਬੇਮਿਸਾਲ ਤਕਨੀਕ ਕੀਤੀ ਹੋਈ ਸੀ, ਕੋਈ ਰੱਸਾ ਨਹੀਂ। ਇਸੇ ਲਈ ਉਹਨੂੰ ਬਹੁਤ ਵੱਡੇ ਪੱਧਰ 'ਤੇ ਪੂਜਿਆ ਜਾਂਦਾ ਸੀ। ਭਗਵਾਨ ਤਾਂ ਹਵਾ 'ਚ ਖੜਾ ਹੈ, ਲੋਕ ਮੰਨਤਾਂ ਮੰਗਦੇ। ਔਰ ਇਹੀ ਗੱਲ ਚੱਲਦੀ ਸੀ ਵੀ ਉੱਥੇ ਹੱਥ ਪਾਉਣ ਵਾਲਾ ਕਿੱਥੇ ਬਚੂ, ਜਾ ਤਾਂ ਸਹੀ ਤੂੰ ਅੱਗੇ, ਤੈਨੂੰ ਤਾਂ ਖਤਮ ਕਰੂ ਸਾਡਾ ਭਗਵਾਨ। ਇਹਨੇ ਜਦੋਂ ਜਾ ਕੇ ਦੇਖਿਆ ਕਿ ਮੂਰਤੀ ਹਵਾ 'ਚ ਲਟਕ ਰਹੀ ਹੈ, ਮੰਦਰ ਦੀਆਂ 4 ਦੀਵਾਰਾਂ ਦੇ ਅੰਦਰ, ਬਹੁਤ ਵੱਡਾ ਮੰਦਰ ਸੀ, ਵਿਸ਼ਾਲ। ਇਹ ਅੱਗੇ ਉਹਨਾਂ ਦਾ ਵੀ ਸਿਰਾ ਸੀ। ਇਹਨੇ ਆਪਣੇ ਸੈਨਿਕ ਇੱਕ ਵਾਰੀ, ਕਿਉਂਕਿ ਕਈਆਂ ਦੇ ਅੰਦਰ ਡਰ ਤਾਂ ਹੁੰਦਾ, ਉਹ ਵੀ ਡਰ ਗਏ ਇੱਕ ਵਾਰੀ। ਤਾਂ ਉਹਦੇ ਕੁਛ ਕੁ ਸੈਨਿਕ ਵੀ ਆ ਹੈ ਤਾਂ ਕਰਾਮਾਤ ਹੈ। ਇਹਨੇ ਕਿਹਾ ਮੂਰਤੀ ਨੂੰ ਹੱਥ ਨਹੀਂ ਲਾਉਣਾ, ਕੰਧਾਂ ਤੋੜ ਦਿਓ ਆਲੇ ਦੁਆਲੇ ਵਾਲੀਆਂ। ਜਦੋਂ ਕੰਧਾਂ ਤੋੜੀਆਂ, ਮੂਰਤੀ ਧੜਮ ਕਰਕੇ ਥੱਲੇ, ਕਿਉਂਕਿ ਮੈਗਨੇਟ ਉਹਨਾਂ ਵੇਲਿਆਂ 'ਚ ਚੁੰਬਕ ਦਾ ਐਡਾ ਵੱਡਾ ਬੰਦੋਬਸਤ ਕਰਿਆ ਹੋਇਆ ਸੀ, ਉਹਦੇ ਨਾਲ ਖੜਾਈ ਹੋਈ ਸੀ। ਸਾਰਾ ਭਰਮ ਜਾਲ ਟੁੱਟ ਗਿਆ। ਹੁਣ ਕੀ ਹੋਇਆ ਅੱਗੇ ਇਫੈਕਟ ਰਾਜਿਆਂ 'ਤੇ? ਇਹਨੇ ਮੂਰਤੀਆਂ ਵੀ ਤੋੜੀਆਂ, ਸਭ ਕੁਝ ਤਬਾਹ ਕੀਤਾ।
ਉਹਨਾਂ ਤੇ ਕੀ ਅਸਰ ਹੋਇਆ? ਹੁਣ ਅਸਰ ਉਲਟਾ ਇਹ ਹੋਇਆ ਵੀ ਜਿਹਨੇ ਭਗਵਾਨ ਨਹੀਂ ਛੱਡਿਆ ਅਸੀਂ ਉਹਦਾ ਕੀ ਟਾਕਰਾ ਕਰੀਏ? ਇਹਨੇ ਤਾਂ ਭਗਵਾਨ ਨਹੀਂ ਛੱਡਿਆ, ਇਹ ਤਾਂ ਭਗਵਾਨ ਵੀ ਹਾਰ ਗਿਆ। ਇਹੋ ਜੀ ਮੈਂਟੈਲਿਟੀ, ਇਹੋ ਜੀ ਸੋਚ ਬਣ ਚੁੱਕੀ ਤੀ ਲੋਕਾਂ ਦੀ ਵੀ ਜਾਂ ਤਾਂ ਰੱਬ ਕਰੂ ਸਾਰਾ ਕੁਝ, ਜਾਂ ਜਦੋਂ ਰੱਬ ਨਹੀਂ ਕਰ ਸਕਿਆ ਫਿਰ ਅਸੀਂ ਕੀ ਕਰੀਏ ਜੀ। ਆਹ ਬਹਾਨਾ। ਤੇ ਗੁਰਦੇਵ ਨੇ ਇਸੇ ਲਈ ਸਾਨੂੰ ਕਿਹਾ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਐ ਨਹੀਂ ਕੁਛ ਹੋਣਾ, ਕਰਨਾ ਆਪ ਪੈਣਾ। ਅੰਦਰ ਜਿਹੜਾ ਮਰਿਆ ਹੋਇਆ ਸੀ ਸਾਡੇ, ਉਹ ਜਗਾਇਆ ਹਜ਼ੂਰ ਨੇ। ਅਣਖ ਤੇ ਗੈਰਤ ਜਿਹੜੀ ਮਰੀ ਹੋਈ, ਉਹ ਕਹਿੰਦੇ ਨਹੀਂ ਤੁਸੀਂ ਕਰਨਾ, ਤੈਨੂੰ ਕਰਨਾ ਪੈਣਾ। ਭਰੋਸਾ ਰੱਖ, ਮੈਂ ਤੈਨੂੰ ਜਿਹੜੇ ਰਾਹ ਤੇ ਤੋਰ ਰਿਹਾ, ਇਹ ਰਾਹ ਬਰਬਾਦੀਆਂ ਵੱਲ ਨਹੀਂ, ਆਜ਼ਾਦੀਆਂ ਵੱਲ ਲੈ ਕੇ ਜਾਊ। ਤੈਨੂੰ ਜਿਉਣ ਦਾ ਢੰਗ ਪਤਾ ਲੱਗੂ। ਮਰਨਾ ਕੀ ਹੈ? ਮਰਨਾ ਤਾਂ ਸਭ ਨੇ ਇੱਕ ਦਿਨ, ਪਰ ਆ ਜਾ ਤੈਨੂੰ ਜਿਉਣ ਦੀ ਜਾਚ ਸਿਖਾਵਾਂ। ਜਿਉਣਾ ਕਿਵੇਂ ਹੈ, ਤੇ ਜੇ ਮਰਨਾ ਪੈ ਗਿਆ ਤਾਂ ਫਿਰ ਮਰਨਾ ਕਿਵੇਂ ਹੈ। ਰੋਜ਼ ਨਹੀਂ ਮਰਨਾ, ਮਰ ਮਰ ਜੀਵੈ ਤਾਂ ਕਿਛ ਪਾਵੈ। ਹੁਣ ਇੱਥੇ ਰੋਜ਼ ਮਰਨਾ ਕਿਵੇਂ ਹੈ? ਅੰਦਰਲੇ ਨੂੰ ਮਾਰ ਦੇ, ਡਰ ਨੂੰ ਮਾਰ ਦੇ। ਡੱਡਾ ਡਰ ਉਪਜੈ ਡਰ ਜਾਏ, ਡਰ ਹੀ ਮੈਂ ਡਰ ਰਿਹਾ ਸਮਾਏ। ਡਰੀਏ ਜੇ ਡਰ ਹੋਵੈ ਹੋਰ, ਡਰ ਡਰ ਡਰਨਾ ਮਨ ਕਾ ਸ਼ੋਰ। ਕਹਿੰਦੇ ਕੀ ਤੋਂ ਡਰਦਾ? ਅੰਦਰਲੀ ਡਰ ਹੈ, ਹੋਰ ਕੁਛ ਨਹੀਂ। ਇਸ ਡਰ ਨੇ ਤੈਨੂੰ ਡਰਾ ਕੇ ਮਾਰਿਆ ਹੋਇਆ, ਇਹਨੂੰ ਕੱਢ ਦੇ, ਫਿਰ ਦੇਖੀ ਜ਼ਿੰਦਗੀ। ਮੁਹੰਮਦ ਬਿਨ ਕਾਸਮ 5000 ਬੰਦਾ ਲੈ ਕੇ ਆ ਰਿਹਾ, ਲੱਖਾਂ ਕਰੋੜਾਂ ਦੀ ਆਬਾਦੀ ਵਾਲਾ ਦੇਸ਼ ਉਹਦੇ ਅੱਗੇ ਸਿਰ ਝੁਕਾ ਕੇ ਖੜਾ ਹੈ। ਕੁਸਕਿਆ ਨਹੀਂ, ਇੱਥੋਂ ਲੁੱਟ ਕੇ ਪੁੱਟ ਕੇ ਬਰਬਾਦ ਕਰਕੇ ਬੇਅੰਤ ਹੀਰੇ ਜ਼ਵਾਹਰ ਧਨ ਦੌਲਤ ਲੈ ਗਿਆ। ਬਹੂ ਬੇਟੀਆਂ ਦੀਆਂ ਇੱਜ਼ਤਾਂ ਨਿਲਾਮ ਕੀਤੀਆਂ, ਗਿਫਟਾਂ ਕੀਤੀਆਂ ਵੱਡੇ ਵੱਡੇ ਰਾਜੇ ਮਹਾਰਾਜਿਆਂ ਦੀਆਂ ਕੁੜੀਆਂ, ਉੱਥੋਂ ਦੇ ਰਾਜਿਆਂ ਨੂੰ ਲਿਜਾ ਕੇ। ਤੇ ਨਾਲੇ ਉਹਨਾਂ ਨੂੰ ਦੱਸਿਆ, ਕਹਿੰਦਾ ਇੱਥੇ ਕਾਹਤੋਂ ਲੜੀ ਜਾਂਦੇ ਹੋ, ਉਹ ਲੁੱਟਣ ਲਈ ਬੈਠਾ। ਸਾਰਾ ਦੇਸ਼ ਪਿਆ, ਨਾ ਮਰਦਾਂ ਨੇ ਉੱਥੇ, ਕੋਈ ਨਹੀਂ ਟਾਕਰਾ ਕਰਨ ਵਾਲਾ। ਬਸ ਰਾਹ ਖੋਲ੍ਹਤਾ ਉਹਨੇ, ਦੱਸਤਾ ਕਿ ਕਰ ਦੋ ਤਬਾਹ। ਉਹ ਲੁੱਟਦੇ ਲੁੱਟਦੇ ਆਈ ਗਏ, ਲੁੱਟੀ ਗਏ, ਆਈ ਗਏ, ਲਿਜਾਈ ਗਏ। ਅਖੀਰ ਨੂੰ ਥੱਕ ਗਏ, ਲਿਜਾਂਦੇ ਇੱਥੇ ਹੀ ਬਹਿ ਗਏ। ਕਹਿੰਦੇ ਯਾਰ ਕਿੱਥੇ ਲਿਜਾਈਏ ਰੋਜ਼। 800 ਸਾਲ ਇੱਥੇ ਹੀ ਬੈਠੇ ਰਹੇ, ਰਾਜ ਕਰਨ ਲੱਗ ਗਏ। ਉਹਨਾਂ ਦੇ ਜਿਹੜੇ ਗੁਲਾਮ ਤੇ ਬਲਬਨ ਵਰਗੇ ਰਾਜਿਆਂ ਦੇ ਗੁਲਾਮ, ਉਹਨਾਂ ਗੁਲਾਮਾਂ ਨੇ ਵੀ ਸਾਨੂੰ ਗੁਲਾਮ ਬਣਾਇਆ, ਉਹ ਵੀ ਰਾਜੇ ਬਣੇ। ਅੰਦਾਜ਼ਾ ਲਾ ਲਓ। ਇੱਕ ਪਾਸੇ ਚੜ੍ਹ ਕੇ ਆ ਰਹੇ ਨੇ 5000, ਲੁੱਟ ਰਹੇ ਨੇ ਲੱਖਾਂ ਕਰੋੜਾਂ ਦੀ ਆਬਾਦੀ ਨੂੰ। ਤੇ ਹੁਣ ਨਿਗਾਹ ਮਾਰਿਓ ਚਮਕੌਰ ਦੀ ਗੜੀ 'ਚ ਕਰਾਮਾਤ। ਜਿਹੜੇ ਕਹਿੰਦੇ ਨਾ ਕਰਾਮਾਤ ਕੀ ਹੈ, ਆਹ ਹੈ ਕਰਾਮਾਤ। ਹੁਣ ਇੱਥੇ 40 ਨੇ, ਵੀ ਚੜ੍ਹ ਕੇ ਕਿੰਨੇ ਆ ਰਹੇ ਨੇ? ਲੱਖਾਂ 'ਚ। ਪਹਿਲਾਂ ਚੜ੍ਹ ਕੇ 5000 ਤੇ ਲੱਖਾਂ ਕਰੋੜਾਂ ਨੂੰ ਤਬਾਹ ਕੀਤਾ। ਅੱਜ ਖੁਦ ਲੱਖਾਂ ਚੜ੍ਹ ਕੇ ਆਏ ਨੇ। ਤੇ ਸੀਤਲ ਜੀ ਲਿਖਦੇ ਨੇ, ਕਹਿੰਦਾ ਵੈਰੀਆਂ ਦਾ ਦਲ ਆਣ ਲੱਥਾ ਚਮਕੌਰ ਵਿੱਚ, 10 ਲੱਖ ਚੜ੍ਹ ਆਇਆ ਸਿੱਖੀ ਦੇ ਮਕਾਉਣ ਨੂੰ। ਗੱਜਦੇ ਨੇ ਗਾਜੀ ਅਲੀ ਕਹਿ ਮੈਦਾਨ ਵਿੱਚ, ਗਾਨੇ ਹੱਥੀ ਬੰਨ ਲਏ ਸ਼ਹੀਦੀਆਂ ਦੇ ਪਾਉਣ ਨੂੰ। ਟਿੱਡੀ ਦਲ ਵਾਂਗੂ ਘੇਰਾ ਪਾ ਲਿਆ ਗੜੀ ਦੇ ਤਾਈਂ, ਮਾਰਦੇ ਨੇ ਨਾਰੇ ਸੁੱਤੀ ਮੌਤ ਦੇ ਜਗਾਉਣ ਨੂੰ। ਸੀਤਲ ਅਨੋਖਾ ਘੋਲ ਹੋਊ ਚਮਕੌਰ ਵਿੱਚ। ਉਹ ਅੱਜ 40 ਖੜੇ 10 ਲੱਖ ਨਾਲ ਟਕਰਾਉਣ ਨੂੰ। ਅੱਜ 40 ਖੜੇ ਨੇ। ਆਹ ਹੈ ਕਰਾਮਾਤ, ਜਿਉਂਦੀ ਜਾਗਦੀ ਕਰਾਮਾਤ ਹੈ ਇਹ। ਇੱਦੋਂ ਇਸ ਕਰਾਮਾਤ ਦੇ ਹੁੰਦਿਆਂ ਕੀ ਸਾਨੂੰ ਹੋਰ ਕਰਾਮਾਤ ਦੇਖਣ ਦੀ ਲੋੜ ਹੈ? ਇਸ ਕਰਾਮਾਤ ਦੇ ਹੁੰਦੇ ਮੈਨੂੰ ਨਹੀਂ ਲੱਗਦਾ ਹੋਰ ਕਰਾਮਾਤ ਦੀ ਲੋੜ ਹੈ। ਤੇ ਨਗਾਰੇ ਖੜਕਦੇ ਰਹੇ। ਤੇ ਜਦੋਂ ਗੁਰਦੇਵ ਪਾਤਸ਼ਾਹ ਜੀ ਨੇ ਸਾਰਾ ਕੁਝ ਦੇਖਿਆ, ਪਰਖਿਆ ਚਾਰੇ ਪਾਸੇ, ਕਹਿੰਦੇ ਹੁਣ ਆਪਣੇ ਜੋ ਕੁਛ ਹੁਣ ਤੱਕ 10 ਪੀੜ੍ਹੀਆਂ ਨੇ ਕੀਤਾ ਨਾ, ਉਹਦਾ ਇਮਤਿਹਾਨ ਅੱਜ ਇੱਥੇ ਹੋਣਾ ਹੈ। ਜਦੋਂ ਬੈਰੀ ਉੱਪਰ ਨੇੜੇ ਆ ਗਿਆ, ਕਹਿੰਦੇ ਉੱਪਰ ਪਹਿਰੇ ਤੇ ਇੱਕ ਸਿੰਘ ਜੋ ਨਿਗਾਹ ਰੱਖਣ ਨੂੰ ਖੜਾਇਆ ਹੋਇਆ ਸੀ, ਉਹਨੇ ਦੇਖਿਆ ਕਿ ਦੁਸ਼ਮਣ ਆ ਗਿਆ, ਤਾਂ ਆ ਕੇ ਹਜ਼ੂਰ ਕੋਲੇ ਬੇਨਤੀ ਕੀਤੀ। ਉਹ ਕਹਿਣ ਲੱਗਿਆ, ਵੈਰੀ ਕੀ ਫੌਰ ਹੈ घेरे हिसार को, क्या हुक्म अब हजूर का इस जानिशार को। ਅੱਲਾ ਯਾਰ ਖਾਂ ਲਿਖਦਾ, ਕਹਿੰਦੇ ਜੀ ਦੁਸ਼ਮਣ ਦੀ ਫੌਜ ਆਪਣੇ ਕਿਲੇ ਨੂੰ, ਕਿਉਂਕਿ ਜਿੱਥੇ ਸਿੰਘ ਬੈਠੇ ਨੇ ਉਹ ਕਿਲਾ ਹੀ ਹੈ, ਉਹ ਕੱਚੀ ਗੜੀ, ਕਿਉਂਕਿ ਕੰਧਾਂ ਦੀ ਪਕਿਆਈ ਨਹੀਂ ਹੁੰਦੀ, ਜਿਗਰੇ ਦੀ ਪਕਿਆਈ ਹੁੰਦੀ ਹੈ। ਵੱਡੇ ਵੱਡੇ ਕਿਲਿਆਂ ਵਾਲੇ ਹਥਿਆਰ ਡੇਗ ਜਾਂਦੇ ਨੇ ਜਦੋਂ ਜਿਗਰਾ ਨਹੀਂ ਹੁੰਦਾ। ਅੱਗੇ ਸਾਂਝ ਕਰਾਂਗੇ ਆਪਾਂ ਉਸ ਗੱਲ ਦੀ ਵੀ। ਕੋਈ ਹਥਿਆਰ ਨਹੀਂ ਕੰਮ ਆਉਂਦਾ ਤੇ ਕੋਈ ਕਿਲਾ ਕੰਮ ਨਹੀਂ ਆਉਂਦਾ ਜੇ ਬੰਦਾ ਡਰ ਜੇ। ਤੇ ਜੇ ਬੰਦੇ ਦਾ ਜਿਗਰਾ ਪੱਕਾ ਤਾਂ ਕੱਚੀਆਂ ਕੰਧਾਂ ਵੀ ਕਿਲਾ ਬਣ ਜਾਂਦੀਆਂ ਨੇ। ਤੇ ਉਹ ਚਮਕੌਰ ਦੀ ਜਿਹੜੀ ਕੱਚੀ ਗੜੀ ਸੀ, ਉਹ ਜਿਗਰਿਆਂ ਦੇ ਨਾਲ ਕਿਲਾ ਬਣ ਗਈ। ਵੈਰੀ ਕੀ ਫੌਰ ਹੈ घेरे हिसार को, क्या हुक्म अब हजूर का इस जान निसार को। ਕਹਿੰਦੇ ਮੇਰੇ ਗੁਰਦੇਵ ਪਾਤਸ਼ਾਹ ਨੇ ਐਂ ਦੇਖਿਆ ਉਹਦੇ ਕਣੀ, ਕੁਐਸਚਨ ਜਿਵੇਂ ਕੀਤਾ ਹੋਵੇ ਕਿ ਤੂੰ ਦੱਸ ਹੁਣ ਕਰੀਏ ਕੀ। ਜਿਵੇਂ ਪਰਖ ਰਹੇ ਹੁਣ ਗੁਰਦੇਵ ਹਰ ਪੈਰ ਤੇ, ਜੁਰਤ ਦੇਖਾਂ ਕਿੰਨੀ ਕੁ ਮੇਰੇ ਸ਼ੇਰਾਂ 'ਚ। ਉਹ ਵੀ ਗੁਰਦੇਵ ਦਾ ਭਾਵ ਸਮਝ ਗਿਆ
ਤੇ ਕਹਿੰਦੇ ਯੋਗੀ ਜੀ ਲਿਖਦੇ ਨੇ, ਕਹਿੰਦੇ ਇਰਸ਼ਾਦ ਹੋ ਅਗਰ, ਜੇ ਤੁਹਾਡਾ ਹੁਕਮ ਹੋਵੇ ਪਾਤਸ਼ਾਹ, इरशाद हो अगर सबको अकेला भगा के आऊं, अजमेर चंद आन मैं कैदी बना के लाऊं, वजीर खां का सर अभी जाके मैं उड़ाऊं, एक सिख एक लाख पे गालिब हुआ दिखाऊं। कहते एक सिंह दिखावा फिर महाराज लख ते किवें भारू पैंदा। शाबाश शाबाश कह के सतगुरु फौरन खड़े हुए, जरूरत पे पहरेदार की वो खुश बड़े हुए। गुरदेव पातशाह बड़े खुश होए ने जदों ਸਿੰਘਾਂ ਦੀ ਚੜ੍ਹਦੀ ਕਲਾ ਦੇਖੀ ਹੈ, ਕਿਉਂਕਿ ਚੜ੍ਹਦੀ ਕਲਾ ਤਾਂ ਆਪੇ ਹੈ ਹੀ ਸੀ, ਪਰ ਹੋਰ ਪ੍ਰਸੰਨ ਹੁੰਦੇ ਤੇ ਜਦੋਂ ਮਹਾਰਾਜ ਸਿੰਘਾਂ ਨੂੰ ਪੂਰੇ ਜਾਹੋ ਜਲਾਲ 'ਚ ਦੇਖਦੇ ਤੇ। ਸਵੇਰ ਦਾ ਸੂਰਜ ਚੜ੍ਹਿਆ ਤੇ ਦੁਸ਼ਮਣ ਨੇ ਫੇਰ ਨਗਾਰੇ ਖੜਕਾਏ, ਕਿਉਂਕਿ ਉਹਨਾਂ ਨੂੰ ਇੰਨੀ ਕੁ ਉਹਨਾਂ ਨੇ ਆਲੇ ਦੁਆਲੇ, ਕਿਉਂਕਿ 22 ਧਾਰ ਦੇ ਪਹਾੜੀ ਰਾਜੇ ਸਾਰੇ ਨਵਾਬ, ਈਵਨ ਸਭ ਤੋਂ ਵੱਡੀ ਗੱਲ ਜਿਹੜਾ ਜਿਹਾਦ ਧਾਰਮਿਕ ਯੁੱਧ ਦਾ ਪੱਲੂ ਫੇਰਦੇ, ਪਿੰਡਾਂ ਦੇ ਪਿੰਡ ਉੱਠ ਕੇ ਤੁਰ ਪਏ, ਕਿਉਂਕਿ ਧਾਰਮਿਕ ਤੌਰ 'ਤੇ ਲੋਕ ਬਹੁਤ ਛੇਤੀ ਭੜਕਾਏ ਜਾ ਸਕਦੇ ਨੇ, ਬਹੁਤ ਛੇਤੀ। ਅੱਜ ਵੀ ਧਰਮ ਦੇ ਨਾਮ 'ਤੇ ਬਿੰਦ 'ਚ ਦੰਗੇ ਕਰਾ ਲਓ, ਅਤੇ ਉਦੋਂ ਵੀ ਕਿਹਾ ਵੀ ਆਹ ਕਾਫਰਾਂ ਨੂੰ ਮਾਰਨਾ ਹੈ, ਅਤੇ ਸਾਰੇ ਚਾਰੇ ਪਾਸੇ ਮੁੰਡੇ ਨੌਜਵਾਨ ਉੱਠ ਕੇ ਤੁਰ ਪਏ ਕਿ ਕਾਫਰਾਂ ਦੇ ਗੁਰੂ ਨੂੰ ਮਾਰਨ ਚੱਲੇ ਆ, ਸਬਾਬ ਹੈ। ਸੋ ਇਸੇ ਲਈ ਗਿਣਤੀ ਇੰਨੀ ਵੱਧ ਸੀ, ਪਿੰਡਾਂ ਦੇ ਪਿੰਡ ਖਾਲੀ ਹੋ ਗਏ, ਸਾਰੇ ਤੁਰ ਪਏ, ਜਿਹਦੇ ਕੋਲ ਜੋ ਹਥਿਆਰ ਸੀ ਲੈ ਕੇ ਤੁਰ ਪਿਆ। ਫੌਜਾਂ ਨੂੰ ਤਾਂ ਸਪੈਸ਼ਲ ਔਰੰਗਜ਼ੇਬ ਵੱਲੋਂ ਹੁਕਮ ਸੀ, ਜਿਹੜਾ ਰਾਜਾ ਮਹਾਰਾਜਾ ਨਵਾਬ ਵਜ਼ੀਰ ਇਸ ਮੁਹਿੰਮ ਦਾ ਸਾਥ ਨਾ ਦੇਵੇ ਤਾਂ ਖਤਮ ਕਰ ਦਿਓ, ਸਿਰ ਲਾ ਦਿਓ ਉਹਨਾਂ ਦੇ। ਤਾਦਾਦ ਐਡੀ ਵੱਡੀ ਸੀ, ਜਿੱਧਰ ਨਿਗਾਹ ਮਾਰੋ ਬਸ ਬੰਦਾ ਹੀ ਬੰਦਾ, ਆਦਮੀ ਘਾਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਦਿਖਦੇ ਤੇ। ਢਿੱਡੀ ਦਲ ਆ ਪਿੱਛੇ ਜੇ ਹੁਣ ਵੀ ਆ ਗਿਆ ਸੀ, ਪਹਿਲਾਂ ਬਹੁਤ ਆਉਂਦਾ ਸੀ, ਢਿੱਡੀ ਦਲ ਵਾਂਗੂ ਘੇਰਾ ਪਾਇਆ ਸੀ, ਜਿੱਧਰ ਨਿਗਾਹ ਮਾਰੋ ਬਸ ਦੁਸ਼ਮਣੇ ਦੁਸ਼ਮਣ ਦੁਸ਼ਮਣੇ ਦੁਸ਼ਮਣ, ਹੋਰ ਕੁਛ ਨਹੀਂ। ਅਤੇ ਉਹ ਬੇਤਰਤੀਬੇ, ਕਿਉਂਕਿ ਉਦੋਂ ਦੀਆਂ ਫੌਜਾਂ ਬਹੁਤੀਆਂ ਟ੍ਰੇਨਡ ਨਹੀਂ ਹੁੰਦੀਆਂ ਸੀ, ਬੇਤਰਤੀਬੇ ਹੀ ਅੱਗੇ ਵਧੇ ਕਿ ਬਸ ਗੜੀ ਦੇ ਨੇੜੇ ਜਾ ਕੇ ਫੜਨਾ ਹੀ ਹੈ ਗੁਰੂ ਨੂੰ। ਜਿਹੜੇ ਨੇ ਪਹਿਲਾਂ ਹੱਥ ਦੇਖੇ ਨਹੀਂ ਤੇ ਪਿੰਡਾਂ 'ਚੋਂ ਆਏ ਤੇ ਉਹ ਜ਼ਿਆਦਾ ਮੂਹਰੇ ਤੇ ਅੱਗੇ। ਤੇ ਜਦੋਂ ਨੇੜੇ ਪਹੁੰਚੇ ਨੇ ਤਾਂ ਅੰਦਰੋਂ ਸਤਿ ਸ਼੍ਰੀ ਅਕਾਲ ਦਾ ਜੈਕਾਰਾ ਗੂੰਜਿਆ, ਨਿਸ਼ਾਨ ਝੁਲਾ ਦਿੱਤਾ ਸੀ ਉੱਤੇ, ਤੀਰਾਂ ਤੇ ਗੋਲੀਆਂ ਦੀ ਇਹੋ ਜਿਹੀ ਬਾਰਿਸ਼ ਕੀਤੀ, ਜਿਹੜੇ ਮੂਹਰੇ ਸਭ ਤੋਂ ਲੱਗੇ ਆ ਰਹੇ ਤੇ ਆਉਂਦਿਆਂ ਨੂੰ ਇਹ ਪ੍ਰਸ਼ਾਦ ਦੇ ਦਿੱਤਾ ਸਿੰਘਾਂ ਨੇ, ਮੋਰਲੀਆਂ ਪਾਲਾਂ ਵਿਛਾਤੀਆਂ ਉਹਨਾਂ ਦੀਆਂ। ਤੇ ਕਹਿੰਦੇ ਗੁਰਦੇਵ ਨੇ ਸਿੰਘਾਂ ਨੂੰ ਲਲਕਾਰ ਕੇ ਆਖਿਆ ਸੀ ਜਦੋਂ ਘੇਰਾ ਪਿਆ ਕਿ ਬੋਲੇ ਫਿਰ ਦਸ਼ਮੇਸ਼ ਜੀ ਖੰਡਾ ਲਿਸ਼ਕਾ ਕੇ, 10 ਲੱਖ ਵੈਰੀ ਪਾ ਲਿਆ ਹੈ ਘੇਰਾ ਆ ਕੇ, ਮੈਂ ਤੱਕਣਾ ਹੈ ਬਲ ਤੁਸਾਂ ਦਾ ਅੱਜ ਇਉਂ ਅਜਮਾ ਕੇ, ਕਿ ਰੱਜਦਾ ਖੰਡਾ ਕਿਸੇ ਦਾ ਸਿਰ ਕਿੰਨੇ ਲਾ ਕੇ, ਮੈਂ ਸਮਝਾਂਗਾ ਸਿੱਖ ਉਸ ਨੂੰ ਜੋ ਰਣ ਵਿੱਚ ਜਾ ਕੇ ਅੱਜ 1.25 ਲੱਖ ਨਾਲ ਲੜੂਗਾ, ਕੱਲਾ ਹਿੱਕ ਡਾਹ ਕੇ, ਜੋ ਰਾਹ ਆਪਣੇ ਵਿੱਚ ਢੇਰੀਆਂ ਲਾਸ਼ਾਂ ਦੀਆਂ ਲਾ ਕੇ, ਫਿਰ ਡਿੱਗੂ ਦੁਸ਼ਮਣ ਦਲਾਂ ਵਿੱਚ 100 ਕਾਨੀ ਖਾ ਕੇ, ਮੈਂ ਆਇਆ ਪੁਰਖ ਅਕਾਲ ਤੋਂ ਇਹ ਆਗਿਆ ਪਾ ਕੇ, ਹੈ ਜਿਉਂਦਾ ਰੱਖਣਾ ਪੰਥ ਨੂੰ ਪੁੱਤ ਭੇਟ ਚੜਾ ਕੇ। ਤਾਂ ਇਹ ਜਦੋਂ ਗੁਰਦੇਵ ਪਾਤਸ਼ਾਹ ਜੀ ਨੇ ਲਲਕਾਰਾ ਮਾਰਿਆ ਸੀ ਤਾਂ ਕਹਿੰਦੇ ਸ਼ਾਇਰ ਲਿਖਦਾ, ਇਹ ਸੁਣ ਕੇ ਬਚਨ ਹਜੂਰ ਦੇ ਸਿੰਘ ਬੇਨਤੀ ਕਰਦੇ, ਤੇ ਹੱਥ ਬੰਨ 40 ਸੂਰਮੇ ਸਿਰ ਚਰਨੀ ਧਰਦੇ, ਜੋ ਜਨਮੇ ਖੰਡੇ ਧਾਰ ਚੋਂ ਕਦ ਮੌਤੋਂ ਡਰਦੇ, ਜਿਨ੍ਹਾਂ ਦਿਲ ਦਿੱਤੇ ਇਨਕਾਰ ਕਦ ਸਿਰ ਦੇਣੋਂ ਕਰਦੇ, ਉਹ ਤੱਕਿਓ ਲਾੜੀ ਮੌਤ ਨੂੰ ਸਿੰਘ ਹਾਸਾ ਸਵਰਦੇ। ਕਹਿੰਦੇ ਮੌਤ ਜ਼ਿੰਦਗੀ ਦਾ ਕੀ ਸਵਾਲ ਉੱਥੇ ਜਿੱਥੇ ਨਸ਼ੇ ਸ਼ਹਾਦਤ ਦੇ ਚੜੇ ਹੋਵਣ, ਉਹਨਾਂ ਜੱਗ ਨਾਲ ਵਣਜ ਵਿਹਾਰ ਕਾਹਦਾ ਜਿੱਥੇ ਨਾਗ ਪ੍ਰੇਮ ਦੇ ਲੜੇ ਹੋਵਣ, ਨੱਸ ਜਾਵਣਾ ਕਿੱਧਰ ਤਲਵਾਰ ਹੇਠੋਂ ਜਿਹੜੇ ਪ੍ਰੇਮ ਗੁਨਾਹ ਵਿੱਚ ਫੜੇ ਹੋਵਣ, ਪਾਲਾਂ ਬੰਨ ਪਿਆਰੇ ਦੇ ਦਰ ਉੱਤੇ ਧੌਣਾ ਇਉਂ ਝੁਕਾਏ ਕੇ ਖੜੇ ਹੋਵਣ, ਅੱਗੋਂ ਪਾਰਖੂ ਵੀ ਕਿਹੜਾ ਘੱਟ ਕਰਦੇ, ਵੇਖਣ ਆਸ਼ਕਾਂ ਤਾਈਂ ਅਜ਼ਮਾਏ ਕੇ, ਤੇ ਪਿੱਛੋਂ ਦੇਣ ਖਿਤਾਬ ਪਿਆਰਿਆਂ ਦਾ ਪਹਿਲਾਂ ਤੇਗ ਦੀ ਧਾਰ ਲੰਘਾਏ ਕੇ। ਤੇ ਇਹੋ ਜਿਹੇ ਤਾਂ ਬੈਠੇ ਤੇ ਕਿਹੜੇ ਘਬਰਾਉਣ ਵਾਲੇ ਤੇ, ਜਦੋਂ ਅੰਦਰੋਂ ਤੀਰਾਂ ਤੇ ਗੋਲੀਆਂ ਦੀ ਬਾਰਿਸ਼ ਹੋਈ, ਇੱਕ ਵਾਰੀ ਫੌਜਾਂ 'ਚ ਭਾਜਣਾ ਪੈ ਗਈਆਂ ਚਾਰੇ ਪਾਸੇ, ਕਿ ਹੈ ਸਾਨੂੰ ਤਾਂ ਸੁਨੇਹਾ ਮਿਲਿਆ ਸੀ ਕਿ 5-7 ਸਿੰਘ ਨੇ, ਪਰ ਅੰਦਰੋਂ ਤੀਰਾਂ ਤੇ ਗੋਲੀਆਂ ਦੀ ਜੋ ਬਾਰਿਸ਼ ਹੋਈ ਹੈ ਤਾਂ ਪਤਾ ਲੱਗਦਾ ਕਿ ਅੰਦਰ ਸੈਂਕੜੇ ਸਿੰਘ ਨੇ। ਵਜ਼ੀਰ ਖਾਨ ਨੂੰ ਖਬਰ ਪਹੁੰਚੀ, ਉਹਨੇ ਮਨ 'ਚ ਸੋਚਿਆ ਤੇ ਵੀ ਜਾਂ ਤਾਂ ਖਬਰ ਸੂਹੇ ਨੇ ਝੂਠੀ ਦਿੱਤੀ ਹੈ, ਜਾਂ ਗੁਰੂ ਨੇ ਕਰਾਮਾਤ ਨਾਲ ਸ਼ਹੀਦਾਂ ਦੀ ਫੌਜ ਮੰਗਾ ਲਈ। ਬਾਕੀ ਸ਼ਹੀਦਾਂ ਦੀ ਫੌਜ ਤੇ ਇਹ 'ਚ ਕੋਈ ਦੋ ਰਾਮਾ ਨਹੀਂ, ਜਿਹੜੇ ਸਿਰ ਤਲੀਆਂ ਤੇ ਰੱਖ ਕੇ ਜੂਝ ਰਹੇ ਨੇ ਉਹ ਸ਼ਹੀਦਾਂ ਦੀ ਉਹ ਫੌਜ ਹੈ। ਉਹ ਜਿਉਂਦੇ ਵੀ ਸ਼ਹੀਦ ਨੇ, ਕਿਉਂਕਿ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ,
हयात कहते हैं जिंदगी नूं। शहीद की जो मौत है वो कौम की हयात है, हयात तो हयात है, मौत भी हयात है, उन्होंने मौत भी जिंदगी है। सो ਇਹੋ ਜਿਹੇ ਯੋਧੇ ਨੇ ਜਦੋਂ ਤੀਰਾਂ ਤੇ ਗੋਲੀਆਂ ਦੀ ਬਾਰਿਸ਼ ਹੋਈ, ਪਿੱਛੇ ਨੂੰ ਭਾਜੜਾਂ ਪੈ ਗਈਆਂ, ਅੱਧੇ ਆਪਸ 'ਚ ਦਰੜ ਕੇ ਮਾਰੇ ਗਏ। ਜਦੋਂ ਭਾਜੜ ਪੈਂਦੀ ਆਪਾਂ ਹੁਣ ਵੀ ਅਖਬਾਰਾਂ 'ਚ ਪੜ੍ਹਦੇ ਰਹਿੰਦੇ ਹਾਂ, ਬਹੁਤ ਨੁਕਸਾਨ ਹੋ ਜਾਂਦਾ। ਮੁਰਲੀਆਂ ਪਾਲਾਂ ਜ਼ਮੀਨ ਤੇ ਵਿਛਾਤੀਆਂ। ਉਹਨਾਂ ਨੂੰ ਇਹ ਸੀ ਕਿ ਸਿੱਖ ਹਥਿਆਰ ਸੁੱਟਣਗੇ, ਪਰ ਮੂਹਰੋਂ ਜਦੋਂ ਟੱਕਰ ਹੋਈ ਹੈ ਸ਼ੇਰਾਂ ਨਾਲ ਤਾਂ ਭਾਈਦਿਆਂ ਨੂੰ ਵਾਹ ਨਹੀਂ ਲੱਭੀ। ਇੱਕ ਵਾਰੀ ਫੇਰ ਪਿੱਛੇ ਹਟੇ, ਫੇਰ ਤਰਤੀਬ ਦੇ ਕੇ ਅੱਗੇ ਤੋਰੇ, ਫੇਰ ਉਹੀ ਸਵਾਗਤ ਹੋਇਆ। ਅੰਦਰੋਂ ਨਗਾਰਾ ਖੜਕਦਾ ਰਿਹਾ ਤੇ ਜਕਾਰੇ ਗੂੰਜਦੇ ਰਹੇ। ਰਣਜੀਤ ਤੇ ਚੋਟਾਂ ਪੈਂਦੀਆਂ ਰਹੀਆਂ। 2-3 ਵਾਰੀ ਅਟੈਕ ਹੋਇਆ ਤਾਂ ਮੁੜ ਕੇ ਕਿਸੇ ਨੇ ਅੱਗੇ ਵਧਣ ਦੀ ਜ਼ਰੂਰਤ ਨਹੀਂ ਕੀਤੀ। ਮਲੇਰਕੋਟਲੀਏ ਤਾਜ਼ੇ ਫੌਜਾਂ ਲੈ ਕੇ ਆਏ ਤੇ ਵਜ਼ੀਰ ਖਾਨ ਨੇ ਉਹਨਾਂ ਨੂੰ ਤਾਨਾ ਮਾਰਿਆ, ਕਹਿੰਦਾ ਖਾਨ ਸਾਹਿਬ ਬਹਾਦਰੀ ਦੀਆਂ ਟਾਰਾਂ ਘਰੇ ਜਨਾਨੀਆਂ ਕੋਲ ਹੀ ਮਾਰੀ ਜਾਂਦੀਆਂ ਨੇ, ਕਿ ਜੰਗ 'ਚ ਵੀ ਕੁਛ ਕਰਨ ਜੋਗਾ ਹੈਗਾ? ਘਰੇ ਤਾਂ ਬੜੀਆਂ ਫੜਾ ਮਾਰਦੇ ਤੇ ਇੱਥੇ ਨਹੀਂ ਕੁਛ ਕਰਨਾ। ਹੁਣ ਗੁਰੂ ਸੁੱਕੋ ਹੀ ਲੰਘ ਜੂ। ਹੁਣ ਕੀ ਕਿਲੇ 'ਚ ਬੈਠਾ? ਆਹ ਕੱਚੀ ਹਵੇਲੀ ਹੈ ਤੇ ਪੌੜੀਆਂ ਲਾ ਕੇ ਨਹੀਂ ਚੜ੍ਹ ਸਕਦੇ। ਆਹ ਤਾਨਾ ਮਾਰਿਆ ਤਾਂ ਨਵਾਬ ਮਲੇਰਕੋਟਲੇ ਵਾਲੇ ਕਹਿਣ ਲੱਗੇ, ਨਾਰ ਖਾਨ, ਗਨੀ ਖਾਂ ਤੇ ਖਵਾਜਾ ਮਹਿਮੂਦ ਅਲੀ ਖਾਨ ਵਰਗੇ, ਕਹਿੰਦੇ ਨਾਜ਼ਮ ਸਾਹਿਬ ਗੁਰੂ ਨੂੰ ਫੜਨਾ ਜਾਂ ਮਾਰਨਾ ਨਾ ਤੁਹਾਡੇ ਵੱਸ 'ਚ ਹੈ ਨਾ ਸਾਡੇ ਵੱਸ 'ਚ ਹੈ। ਹਾਂ, ਗੁਰੂ ਨਾਲ ਲੜ ਕੇ ਮਾਰਨਾ ਸਾਡੇ ਵੱਸ 'ਚ ਹੈਗਾ। ਕਹਿੰਦਾ ਜੇ ਹੁਣ ਤੁਹਾਨੂੰ ਜਿਉਂਦਾ ਫਿਰਦਾ ਚੰਗਾ ਨਹੀਂ ਲੱਗਦਾ ਤਾਂ ਵਗ ਜਾਣਾ। ਤਾਂ ਮਰਦੇ ਜੇ ਜੀ ਨਾਲ ਅੱਗੇ ਆਏ ਨੇ। ਪੌੜੀਆਂ ਲਾ ਕੇ ਚੜ੍ਹਨ ਦਾ ਇਹ ਬਹੁਤ ਮਾਰੂ ਫੇਰ ਹਮਲਾ ਸੀ। ਬੜੀ ਵੱਡੀ ਗਿਣਤੀ 'ਚ ਦੁਸ਼ਮਣ ਆ ਗਏ। ਤਾਂ ਗੁਰਦੇਵ ਨੇ ਆਖਿਆ ਘਬਰਾਇਓ ਨਾ, ਆਖਰ ਨੂੰ ਕੱਲਾ ਹੀ ਪੌੜੀ ਚੜੂ ਨਾ। ਜਿਹਦਾ ਸਿਰ ਦਿਖੇਗਾ ਕੱਦੂ ਵਾਂਗੂ ਲਾ ਲਿਓ, ਜਿਵੇਂ ਬੇਲ ਤੋਂ ਕੱਦੂ ਲਾਹੀਂਦਾ। ਤੇ ਜਦੋਂ ਉੱਪਰੋਂ ਚਾਰੇ ਪਾਸੇ ਚਾਰੇ ਦਿਸ਼ਾਵਾਂ 'ਚ ਸਿੰਘ ਬੀੜ ਕੇ ਬਹਿ ਗਏ ਆਪਣੇ ਤੀਰ ਤੇ ਤਲਵਾਰਾਂ। ਕਹਿੰਦੇ ਨਾਰ ਖਾਂ ਜਦੋਂ ਉੱਤੇ ਹੋਏ ਤਾਂ ਹਜ਼ੂਰ ਨੇ ਤੀਰ ਦਾ ਜੋ ਕੰਨ ਤੱਕ ਖਿੱਚ ਕੇ ਰੱਖਿਆ ਸੀ ਛੱਡਿਆ ਤੇ ਮੱਥੇ ਤੋਂ ਤਿਲਕ ਲਾ ਕੇ ਸੁੱਕਾ ਹੀ ਬਾਹਰ ਨੂੰ ਲੰਘ ਗਿਆ। ਦੂਜਾ ਗਨੀ ਨੂੰ ਮਾਰਿਆ, ਉਹ ਵੀ ਜਮਲੋਕ ਪਹੁੰਚਾਤਾ। ਤੀਜਾ ਇਹਨਾਂ ਦਾ ਖਵਾਜਾ ਮਹਿਮੂਦ ਅਲੀ ਖਾਂ ਸੀ। ਦੋਨੇ ਇਹ ਤੀਰ ਖਾ ਕੇ ਪੌੜੀ ਤੋਂ ਡਿੱਗੇ, ਉਹ ਬਿਨਾਂ ਤੀਰ ਖਾਧੀ ਪੌੜੀ ਤੋਂ ਗਿਰ ਗਿਆ। ਘਬਰਾ ਕੇ ਤੇ ਡਰ ਕੇ ਤੇ ਨੱਸ ਕੇ ਕੰਧ ਓਲੇ ਹੋ ਕੇ ਉਹਨੇ ਜਾਨ ਬਚਾਈ ਹੈ। ਇਹ ਵੱਡਾ ਤੇ ਮਾਰੂ ਹਮਲਾ ਵੀ ਗੁਰਦੇਵ ਪਾਤਸ਼ਾਹ ਨੇ ਸਮਾਂ ਵੀ ਨੇੜੇ ਲੱਗ ਰਿਹਾ ਆਪਣਾ। ਸੋ ਮੈਨੂੰ ਲੱਗਦਾ ਬਾਕੀ ਆਪਾਂ ਨੂੰ ਕੱਲ੍ਹ ਨੂੰ ਕਰਨਾ ਪੈਣਾ। ਤਾਂ ਥੋੜ੍ਹਾ ਜਿਹਾ ਕਰਕੇ ਆਪਾਂ ਫਤਿਹ ਦੀ ਸਾਂਝ ਕਰਾਂਗੇ ਕਿ ਇਹ ਆਖਰੀ ਵੱਡਾ ਹਮਲਾ ਸੀ ਕਿ ਦੁਸ਼ਮਣ ਚੜ੍ਹਨਾ ਚਾਹੁੰਦਾ ਸੀ, ਉਹਨੂੰ ਫੇਲ ਕਰਤਾ ਸਿੰਘਾਂ ਨੇ, ਖਤਮ ਕਰ ਦਿੱਤਾ ਇਸ ਹਮਲੇ ਨੂੰ। ਤੇ ਮੁੜ ਕੇ ਜ਼ਰੂਰਤ ਨਾ ਪਈ, ਫਿਰ ਨਵਾਂ ਉਹਨਾਂ ਨੇ ਤਰੀਕਾ ਲੱਭਿਆ ਕਿ ਕਿਉਂ ਨਾ ਇਸ ਥਾਂ ਦੇ ਉੱਤੇ ਦਰਵਾਜ਼ਾ ਤੋੜ ਕੇ ਅੰਦਰ ਵੜਿਆ ਜਾਵੇ। ਇਹ ਉਦੋਂ ਵੀ ਕਹਿਰ ਹਮਲਾ ਸੀ। ਹਜ਼ਾਰਾਂ ਦੀ ਗਿਣਤੀ 'ਚ ਤਰਤੀਬ ਦੇ ਕੇ ਫੌਜ ਨੂੰ ਤੋਰਿਆ ਵੀ ਅਟੈਕ ਸਿੱਧਾ ਦਰਵਾਜ਼ੇ ਦੇ ਉੱਤੇ ਕਰਨਾ। ਤੇ ਅੰਦਰ ਤਾਂ ਤੁਹਾਨੂੰ ਦੱਸਿਆ ਵੀ ਉਹ ਬੈਠੇ ਤੇ ਜਿਨ੍ਹਾਂ ਦਾ ਕਲਗੀਧਰ ਪਾਤਸ਼ਾਹ ਨੇ ਉੱਥੇ ਇੱਕ ਗੱਲ ਕਹੀ ਸੀ, ਕਹਿੰਦੇ ਅਸੀਂ ਇੱਕ ਪਰਨ ਕੀਤਾ ਸੀ 1.25 ਲੱਖ ਸੇਖ ਲੜਾਊ। ਆਪਾਂ 40 ਹਾਂ ਤੇ ਬਾਹਰ ਲੱਖਾਂ 'ਚ ਹੈ। ਅੱਜ ਅਸੀਂ 40 ਨੇ ਲੱਖਾਂ ਨਾਲ ਨਹੀਂ ਟਾਕਰਾ ਕਰਨਾ, ਅੱਜ ਕੱਲੇ ਨੇ ਲੱਖਾਂ ਨਾਲ ਟਾਕਰਾ ਕਰਨਾ। ਅੱਜ ਉਹ जो वादा किया सी 1.25 लाख से एक लड़ाऊं, तब है गोबिंद सिंह नाम कहाऊं, चिड़ियों से मैं बाज तड़ाऊं, गिद्दड़ों से मैं शेर बनाऊं, तब है गोबिंद सिंह नाम कहाऊं। ओ अज समा आ गए खालसा जी, अज पूरे करने ने वो वाक। कदे धर्म का पुत्र बनया सी ते मैं धर्म का पिता भी अज बनना है। अज समा आ गया जदों दुश्मन अगे आया, नीयत ताड़ लई कि ये चाहुंदे की ने, दरवाजा तोड़ना ने तां प्यारा, 5 ਪਿਆਰਿਆਂ ਵਿੱਚੋਂ ਪਿਆਰਾ ਭਾਈ ਹਿੰਮਤ ਸਿੰਘ ਜੀ ਹੱਥ ਬੰਨ੍ਹ ਕੇ ਹਜ਼ੂਰ ਦੇ ਕੋਲੇ ਆਏ ਨੇ। ਮਹਾਰਾਜ ਦੁਸ਼ਮਣ ਮਾੜੀ ਨੀਤ ਨਾਲ ਅੱਗੇ ਆ ਰਿਹਾ ਤੇ ਜਿਉਂਦੀਆਂ ਕੌਮਾਂ ਦਾ ਕਰਤੱਵ ਹੁੰਦਾ ਕਿ ਜਿਉਂਦੇ ਜੀ ਆਪਣੇ ਘਰ 'ਚ ਪੈਰ ਨਹੀਂ ਰੱਖਣ ਦੇਣਾ। ਹਜ਼ੂਰ ਹੁਕਮ ਕਰੋ ਉਹਨਾਂ ਨਾਲ 2 ਹੱਥ ਕਰ ਸਕੀਏ। ਤੇ ਹਜ਼ੂਰ ਨੇ ਪਿਆਰ ਨਾਲ ਆਖਿਆ ਸੀ, ਭਾਈ ਹਿੰਮਤ ਸਿੰਘ ਜੀ ਤੁਸੀਂ ਇਕੱਲੇ ਨਹੀਂ 1.25 ਲੱਖ ਹੋ। ਦੁਸ਼ਮਣ ਨੂੰ ਦੱਸ ਦਿਓ ਕਿ ਕਿਸ ਢੰਗ ਦੇ ਨਾਲ ਜੰਗ ਲੜੀਂਦੀ ਹੈ ਤੇ ਹੱਥ ਕਿਹਨੂੰ ਪਾਇਆ। ਭਾਈ ਹਿੰਮਤ ਸਿੰਘ ਜੀ ਪਿਆਰੇ ਪਹਿਲਾ ਜਥਾ ਲੈ ਕੇ 5 ਸਿੰਘਾਂ ਦੇ ਨਾਲ ਬਾਹਰ ਨਿਕਲੇ ਸੀ। ਤੇ ਜਦੋਂ ਬਾਹਰ ਆਏ ਨੇ ਕਹਿੰਦੇ ਇੱਕ ਵਾਰੀ ਤਾਂ ਹਾਹਾਕਾਰ ਮੱਚ ਗਈ ਉਹਨਾਂ ਨੂੰ ਦੇਖ ਕੇ। ਜਿੱਧਰ ਨੂੰ ਦੁਸ਼ਮਣ ਦਾ ਮੂੰਹ ਹੋਇਆ ਨੱਸ ਉੱਠੇ। ਸ਼ੇਰ ਨਿਕਲੇ ਨੇ 5 ਭੇਡਾਂ ਦੀ ਇੱਜੜ ਦਾ ਜੋ ਹਾਲ ਉਹਨਾਂ ਨੇ ਕੀਤਾ। ਇਹ ਕਵੀ ਅੱਲਾ ਯਾਰ ਖਾਂ ਜੋਗੀ ਨੇ ਬਾ ਕਮਾਲ ਲਿਖਿਆ। ਕਹਿੰਦਾ
खैमे से निकल कर अकाली निकल पड़े, खंजर उठाया तेग संभाली निकल पड़े। इतने में गुल हुआ कि शाह आली निकल पड़े। चारे पासे हाहाकार मच गई। पर ਬਹੁਤਿਆਂ ਤੇ ਥੋੜਿਆਂ ਦਾ ਆਖਰ ਨੂੰ ਟਾਕਰਾ ਕਿੰਨਾ ਕੁ ਚਿਰ ਚੱਲਦਾ। ਇੱਧਰ ਤਾਂ ਗਿਣਤੀ ਦੇ ਨੇ ਤੇ ਉਧਰ ਬੇਹਿਸਾਬਾ। ਉਹਨਾਂ ਚੋਂ ਹਜ਼ਾਰਾਂ ਵੀ ਮਾਰੇ ਜਾਣਗੇ, ਫਰਕ ਨਹੀਂ ਪੈਣਾ, ਕਿਉਂਕਿ ਲੱਖਾਂ ਦੀ ਗਿਣਤੀ ਹੈ ਔਰ ਨਵੇਂ ਹੋਰ ਆਈ ਜਾਂਦੇ ਨੇ। ਇਹ ਪੰਜ ਨੇ, ਜੂਝ ਰਹੇ ਨੇ। ਤਾਂ ਸ਼ਾਇਰ ਲਿਖਦਾ ਹੈ कि लाखों को कत्ल करके प्यारे गुजर गए, एक एक करके खालसे सारे गुजर गए। जोगी जी दे लफ्ज ने, लाखों को कत्ल करके प्यारे गुजर गए, एक एक करके खालसे सारे गुजर गए। सदा फना के घाट उतारे गुजर गए, भुस में लगा के आग शरारे गुजर गए। जख्मों से सिंह सूर में जब चूर हो गए, सरदार सर कटाने पे मजबूर हो गए। जदों ਸਾਰੇ ਸਰੀਰੇ ਟੁੱਟ ਗਿਆ, ਥਾਂ ਥਾਂ ਤੇ ਜ਼ਖਮ, ਹਥਿਆਰ ਵੀ ਖਤਮ ਹੋ ਗਏ, ਇੱਕ ਇੱਕ ਟੁਕੜਾ ਹੋ ਗਿਆ ਸਰੀਰ ਦਾ, ਫਿਰ ਕਹਿੰਦਾ ਸਰਦਾਰ ਸਰ ਕਟਾਣੇ ਪੈ ਮਜਬੂਰ ਹੋ ਗਏ। ਪੰਜ ਸ਼ਹੀਦ ਹੋਏ ਬਾਅਦ ਚ ਨੇ, ਅਗਲਾ ਜਥਾ ਪਹਿਲਾਂ ਤਿਆਰ ਖੜਾ ਤੇ। ਇਹ ਹੈ ਜੁਰਤ। ਪਤਾ ਹੈ ਵੀ ਜਿੱਥੇ ਜਾਣਾ ਮੁੜ ਕੇ ਤਾਂ ਆਉਣਾ ਹੀ ਨਹੀਂ। ਅਗਲਾ ਜਥਾ ਪਹਿਲਾਂ ਤਿਆਰ ਹੋਇਆ ਖੜਾ ਹੈ। ਉਹਦੀ ਗੁਰਦੇਵ ਪਾਤਸ਼ਾਹ ਜੀ ਤੋਂ ਆਗਿਆ ਲਈ ਹੈ, ਹਜ਼ੂਰ ਆਗਿਆ ਬਖਸ਼ਿਸ਼ ਕਰੋ, ਅਸੀਂ ਵੀ ਦੇਖੀਏ ਕਿ ਕਿਵੇਂ ਸਵਾ ਲੱਖ ਨਾਲ ਟਾਕਰਾ ਕਰੀਦਾ। ਸੋ ਫਿਰ ਕਿਵੇਂ ਟਾਕਰੇ ਹੋਏ ਨੇ, ਇਹ ਕੱਲ੍ਹ ਨੂੰ ਐਤਵਾਰ ਨੂੰ ਜਾਣੀ ਕਿ ਇਸੇ ਟਾਈਮ ਆਪਾਂ ਸਾਂਝ ਕਰਾਂਗੇ। ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਗਲਤੀਆਂ ਹੋ ਜਾਂਦੀਆਂ ਨੇ, ਇਤਿਹਾਸਕ ਸਾਂਝ ਕਰਦੇ ਹਾਂ, ਕਿਉਂਕਿ ਹਰੇਕ ਇਤਿਹਾਸਕਾਰ ਦਾ ਆਪੋ ਆਪਣਾ ਨਜ਼ਰੀਆ, ਲਿਖਤ ਆਪੋ ਆਪਣੀ ਹੈ, ਲਿਖਣ ਦਾ ਢੰਗ ਆਪੋ ਆਪਣਾ। ਇੱਕੋ ਜਿਹਾ ਇਤਿਹਾਸ ਨਾ ਹੋਣ ਕਰਕੇ ਸਾਨੂੰ ਕਈ ਵਾਰੀ ਆਪਾਂ ਕੁਛ ਹੋਰ ਪੜ੍ਹਿਆ ਹੁੰਦਾ, ਦੂਜਾ ਇਤਿਹਾਸਕਾਰ ਕੁਛ ਹੋਰ ਲਿਖਦਾ ਹੁੰਦਾ, ਬੋਲਣ ਵਾਲਾ ਕੁਛ ਹੋਰ ਬੋਲਦਾ ਹੁੰਦਾ। ਇਹਦੇ ਨਾਲ ਵਿਚਾਰਕ ਮਤਭੇਦ ਹੋ ਸਕਦੇ ਨੇ, ਪਰ ਤੁਹਾਡੀ ਮਨਸ਼ਾ ਮਾੜੀ ਨਹੀਂ ਹੋਣੀ ਚਾਹੀਦੀ। ਵਿਚਾਰਕ ਮਤਭੇਦ ਵੈਲਕਮ ਹੈ, ਕਿਸੇ ਵੀ ਤਰ੍ਹਾਂ ਦਾ ਆਪਾਂ ਸਵਾਲ ਕਰ ਸਕਦੇ ਹਾਂ, ਕਿਉਂਕਿ ਗੁਰੂ ਨੇ ਹੀ ਹੁਕਮ ਕੀਤਾ ਸਾਨੂੰ ਸਵਾਲ ਕਰਨ ਦਾ। ਪਹਿਲਾ ਸਾਡਾ ਸਿੱਖੀ ਦਾ ਜੋ ਜਨਮ ਹੈ ਕਿਉਂ ਚੋਂ ਹੋਇਆ, ਇਹ ਯਾਦ ਰੱਖਿਓ। ਪਹਿਲਾ ਕੁਐਸਚਨ ਜਿੱਦਣ ਹੋਇਆ ਸੀ ਸਿੱਖੀ ਦੀ ਨੀਂਹ ਉਦਣ ਰੱਖੀ ਗਈ ਸੀ, ਜਦੋਂ ਜਨੇਊ ਪਾਉਣ ਲੱਗੇ ਸੀ ਗੁਰੂ ਨਾਨਕ ਦੇ, ਜਦੋਂ ਹੱਥ ਫੜ ਕੇ ਆਖਿਆ ਸੀ ਕਿਉਂ, ਇਹ ਕਿਉਂ ਪਾਉਣਾ ਹੈ। ਸੋ ਕੁਐਸਚਨ ਤੋਂ ਨਹੀਂ ਡਰਨਾ, ਨੀਅਤ ਮਾੜੀ ਨਾ ਹੋਵੇ, ਬਦਨੀਅਤ ਨਾ ਹੋਵੇ। ਇਸੇ ਤਰ੍ਹਾਂ ਸੁਣਾਉਣ ਵਾਲੇ ਦੀ ਨੀਅਤ ਬਦਨੀਅਤ ਨਹੀਂ ਹੋਣੀ ਚਾਹੀਦੀ। ਜੇ ਉਹ ਗਲਤ ਵੀ ਸੁਣਾ ਜੇ ਤਾਂ ਕਈ ਵਾਰੀ ਉਹਦੀ ਨੀਅਤ ਮਾੜੀ ਨਹੀਂ ਹੁੰਦੀ, ਉਹਨੂੰ ਪਤਾ ਹੀ ਇੰਨਾ ਕੁ ਹੁੰਦਾ, ਸੋ ਉਹਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ। ਉਸੇ ਤਰ੍ਹਾਂ ਕਿਸੇ ਨੂੰ ਵੀ, ਮੈਨੂੰ ਵੀ ਕੋਈ ਵੀ ਸੁਝਾਅ ਦੇਣਾ ਤਾਂ ਇੱਕ ਅਣਜਾਣ ਤੇ ਘੱਟ ਪੜ੍ਹਿਆ ਲਿਖਿਆ ਸਮਝ ਕੇ ਮੈਨੂੰ ਵੀ ਸਮਝਾ ਦਿਓ, ਤਾਂ ਕਿ ਮੈਂ ਅੱਗੇ ਨੂੰ ਸਪਸ਼ਟ ਹੋ ਸਕਾਂ। ਕੋਈ ਵੀ ਰੈਫਰੈਂਸ ਦਿਓ ਤਾਂ ਤੁਹਾਡਾ ਵੈਲਕਮ ਹੈ, ਸਵਾਗਤ ਹੈ। ਸਾਰੇ ਵੀਰਾਂ ਭੈਣਾਂ ਦਾ, ਜਿੰਨੇ ਵੀ ਹਾਜ਼ਰ ਹੋ, ਸਾਰਿਆਂ ਦਾ, ਜਿਨ੍ਹਾਂ ਨੇ ਵੀ ਫਤਿਹ ਭੇਜੀ ਹੈ, ਸਤਿ ਸ਼੍ਰੀ ਅਕਾਲ ਭੇਜੀ ਹੈ, ਸਾਰਿਆਂ ਦਾ ਦਿਲੋਂ ਧੰਨਵਾਦ, ਦੇਖਣ ਵਾਲਿਆਂ ਦਾ ਵੀ। ਸੋ ਆਪਣੇ ਕੀਮਤੀ ਵਿਚਾਰ ਤੇ ਸੁਝਾਅ ਦਿੰਦੇ ਰਹੋ। ਕੱਲ੍ਹ ਨੂੰ ਸਾਕਾ ਚਮਕੌਰ, ਕਵੀ ਅੱਲਾ ਯਾਰ ਖਾਂ ਜੋਗੀ ਅਤੇ ਹੋਰ ਕਵੀਆਂ ਦੀਆਂ ਰਚਨਾਵਾਂ ਦੇ ਨਾਲ ਤੁਹਾਡੇ ਨਾਲ ਸਾਂਝ ਕਰਾਂਗੇ। ਇੰਨੀ ਕੁ ਸੇਵਾ ਪ੍ਰਵਾਨ ਕਰਨੀ, ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਖਿਮਾ ਦਾ ਜਾਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।